ਯੂਨੀਵੀਜ਼ਾ ਕੰਸਲਟੈਂਟਸ ਡੀਲ ਕਰਦਾ ਹੈ ਹਰ ਦੇਸ਼ ਦੇ ਸਟੱਡੀ ਵੀਜ਼ਾ ਦੇ ਵਿੱਚ। ਸਿਰਫ ਇੱਥੋਂ ਤੱਕ ਹੀ ਨਹੀਂ, ਜਦੋਂ ਸਟੱਡੀ ਵੀਜ਼ਾ ਲੱਗ ਜਾਂਦਾ ਹੈ ਉਸ ਤੋਂ ਬਾਅਦ ਵੀ ਸਟੂਡੈਂਟਸ ਦੀ ਹੈਲਪ ਕੀਤੀ ਜਾਂਦੀ ਹੈ। ਜਿਵੇਂ ਕਿ ਜੇਕਰ ਸਟੂਡੈਂਟ ਨੇ ਅਕੋਮੋਡੇਸ਼ਨ ਲੈਣੀ ਹੈ, ਕੋਰਸ ਰਜਿਸਟਰ ਕਰਨਾ ਹੈ, ਕਿਉਂਕਿ ਸਟੱਡੀ ਵੀਜ਼ਾ ਤੋਂ ਬਾਅਦ ਵਰਕ ਪਰਮਿਟ ਜਾਂ PR ਅਪਲਾਈ ਕਰਨੀ ਹੈ। ਯੂਨੀਵੀਜ਼ਾ ਕੰਸਲਟੈਂਟਸ ਇਸ ਤੋਂ ਬਿਨਾਂ ਟੂਰਿਸਟ ਵੀਜ਼ਾ ਐਂਡ ਬਿਜ਼ਨਸ ਵੀਜ਼ਾ ਵਿੱਚ ਵੀ ਡੀਲ ਕਰਦਾ ਹੈ। ਯੂਨੀਵੀਜ਼ਾ ਕੰਸਲਟੈਂਟਸ ਦੀਆਂ ਇੰਡੀਆ, ਆਸਟ੍ਰੇਲੀਆ, ਕੈਨੇਡਾ ਅਤੇ UK ਦੇ ਵਿੱਚ ਬ੍ਰਾਂਚਸ ਹਨ। ਇੰਡੀਆ ਦੇ ਵਿੱਚ ਪੰਜਾਬ ਵਿੱਚ 3 ਬ੍ਰਾਂਚਸ ਹਨ, ਜੋ ਕਿ ਬਠਿੰਡਾ, ਮੋਹਾਲੀ ਅਤੇ ਸੰਗਰੂਰ ਵਿੱਚ ਲੋਕੇਟਡ ਹਨ। ਸੋ ਕਿਸੇ ਵੀ ਕੰਟਰੀ ਦੇ ਵੀਜ਼ਾ ਸੰਬੰਧੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰਸ ਤੋਂ ਲੈ ਸਕਦੇ ਹੋ। अपना फ्रेंड्स चैनल देख रहे दर्शकों ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਾਫ਼ ਤੇ ਸਿੱਧੀ ਗੱਲ। ਮੇਰਾ ਸਾਥ ਦੇ ਰਹੇ ਨੇ ਗਿਆਨੀ ਸੰਤੋਖ ਸਿੰਘ ਜੀ, ਜਿਨ੍ਹਾਂ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ। ਕਈ ਵਾਰੀ ਉਹ ਇਸ ਪਲੇਟਫਾਰਮ ਤੇ ਇੰਟਰਵਿਊ ਦੇ ਚੁੱਕੇ ਨੇ, ਹੋਰ ਬੜੇ ਬੜੇ ਪਲੇਟਫਾਰਮ ਦੇ ਉੱਤੇ ਇੰਟਰਵਿਊ ਦਿੰਦੇ ਨੇ, ਕਿਉਂਕਿ ਇਹਨਾਂ ਕੋਲ ਪਿਛਲੇ 50 ਸਾਲਾਂ ਦਾ ਘੱਟੋ ਘੱਟ ਫਿੰਗਰ ਟਿਪਸ ਦੇ ਉੱਤੇ ਇਹਨਾਂ ਦੇ ਜਿਹੜਾ ਕਿ ਗਿਆਨ ਹੈਗਾ ਵਾ। ਤੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦਾ ਗਿਆਨ ਤੋਂ ਅਸੀਂ ਉਹਨਾਂ ਲੋਕਾਂ ਨੂੰ ਥੋੜਾ ਜਿਹਾ ਹੋਰ ਗਿਆਨ ਦੇ ਸਕੀਏ, ਜਿਨ੍ਹਾਂ ਚੀਜ਼ਾਂ ਨੂੰ ਅਸੀਂ ਭੁੱਲ ਚੁੱਕੇ ਹਾਂ ਜਾਂ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਜਾਣਨਾ ਚਾਹੁੰਦੇ ਹਾਂ। ਤੇ ਅੱਜ ਦਾ ਜਿਹੜਾ ਮੌਜੂ ਹੈਗਾ ਉਹ ਜੁੜਿਆ ਹੋਇਆ ਹਿੰਦੁਸਤਾਨ ਦੀ ਪਹਿਲੀ ਔਰਤ ਪ੍ਰਾਈਮ ਮਿਨਿਸਟਰ ਸ਼੍ਰੀਮਤੀ ਇੰਦਰਾ ਗਾਂਧੀ। ਇੰਦਰਾ ਗਾਂਧੀ ਨੂੰ ਲੋਕੀ ਵੱਖੋ ਵੱਖਰੇ ਤਰੀਕੇ ਦੇ ਨਾਲ ਜਾਣਦੇ ਨੇ। ਜੇ ਆਪਾਂ ਗੱਲ ਕਰੀਏ ਕਿ ਸਿੱਖ ਕੌਮ ਦੀ, ਸਿੱਖ ਕੌਮ ਜਿਹੜੀ ਹੈਗੀ ਆ ਉਹ 84 ਦੇ ਕਤਲੇਆਮ ਤੋਂ ਇੰਦਰਾ ਗਾਂਧੀ ਨੂੰ ਜ਼ਿਆਦਾ ਜਾਣਦੀ ਹੈ, ਕਿਉਂਕਿ ਇੰਦਰਾ ਗਾਂਧੀ ਦਾ ਨਾਂ ਲੈਂਦੇ ਅਸੀਂ 84 ਦਾ ਕਤਲੇਆਮ ਯਾਦ ਆ ਜਾਂਦਾ। ਹੁਣ ਉਸ ਤੋਂ ਪਹਿਲੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ 84 ਤੋਂ ਪਹਿਲੇ ਇੰਦਰਾ ਗਾਂਧੀ ਜਦੋਂ ਪ੍ਰਧਾਨ ਮੰਤਰੀ ਬਣਦੀ ਹੈ, ਉਹਦਾ 84 ਤੱਕ ਦਾ ਰਾਜਨੀਤਿਕ ਸਫ਼ਰ ਦੇ ਵਿੱਚ ਕੀ ਉਹ ਉਦੋਂ ਤੋਂ ਹੀ ਸਿੱਖਾਂ ਦੀ ਵੈਰੀ ਸੀ, ਜਾਂ ਉਹਦਾ ਕੁਝ ਏਦਾਂ ਦੇ ਸਬੱਬ ਬਣੇ, ਸਾਰਾ ਕੁਝ ਇਸ ਤਰੀਕੇ ਨਾਲ ਬਣਿਆ ਕਿ ਇਹ ਜਿਹੜਾ 84 ਦਾ ਕਾਂਡ ਇੱਕ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਦਿਮਾਗ ਤੋਂ ਹਲਕਾ ਹੋ ਕੇ, ਦਿਮਾਗ ਤੋਂ ਸਾਰੀਆਂ ਚੀਜ਼ਾਂ ਨੂੰ ਬੇਪਰਵਾਹ ਹੋ ਕੇ ਇਹ 84 ਵਾਲਾ ਉਹ ਕਾਂਡ ਕਰ ਗਈ, ਉਹਨੇ ਇਹ ਕਰ ਦਿੱਤਾ। ਮਗਰ ਇਹਦੇ ਵਿੱਚ ਸਾਨੂੰ 84 ਦਾ ਕਾਂਡ ਤੇ ਚੰਗੀ ਤਰ੍ਹਾਂ ਪਤਾ, ਅਖਬਾਰਾਂ 'ਚ ਪਤਾ, ਵੀਡੀਓ ਰਾਹੀਂ, ਹੋਰ ਚੀਜ਼ਾਂ ਰਾਹੀਂ ਅਸੀਂ 84 ਦੇ ਕਾਂਡ ਨੂੰ ਜਾਣਦੇ ਹਾਂ। ਇਹਨਾਂ ਪਤਾ ਚੱਲਦਾ ਕਿ ਇੰਦਰਾ ਗਾਂਧੀ ਨੇ ਆਰਡਰ ਦਿੱਤੇ ਸਨ। ਮਗਰ ਜਾਣਨਾ ਇਹ ਚਾਹੁੰਦੇ ਹਾਂ ਕਿ 84 ਤੋਂ ਪਹਿਲੇ ਜਦੋਂ ਪ੍ਰਧਾਨ ਮੰਤਰੀ ਬਣਦੀ ਹੈ ਜਾਂ ਜਦੋਂ ਤੋਂ ਉਹਦਾ ਰਾਜਨੀਤਿਕ ਸਫ਼ਰ ਸ਼ੁਰੂ ਹੁੰਦਾ, ਕਿ ਉਦੋਂ ਤੋਂ ਹੀ ਉਹ ਸਿੱਖ ਕੌਮ ਦੀ ਵੈਰੀ ਹੈ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਉਹਨੂੰ ਸਿੱਖ ਕੌਮ ਦੀ ਵੈਰੀ ਦਾ ਹੀ ਇੱਕ ਦਰਜਾ ਦਿੱਤਾ ਗਿਆ ਕਿ ਜਿਹੜਾ ਵੀ ਉਹ ਇਤਿਹਾਸ ਦੇ ਵਿੱਚ ਜਾਂਦਾ ਵੈ ਉਹ ਸਿਰਫ ਇੰਦਰਾ ਗਾਂਧੀ ਨੂੰ ਇਸ ਤਰੀਕੇ ਨਾਲ ਹੀ ਦੇਖਦਾ ਕਿ ਉਹ ਸਿੱਖਾਂ ਦੀ ਦੁਸ਼ਮਣ ਪੈਦਾ ਹੋਈ ਹੈ। ਹੁਣ ਅਸੀਂ ਜਾਣਨਾ ਚਾਹੁੰਦੇ ਹਾਂ ਗਿਆਨੀ ਸੰਤੋਖ ਸਿੰਘ ਜੀ ਤੋਂ ਕਿ ਗਿਆਨੀ ਜੀ ਤੁਸੀਂ ਦੱਸੋ ਆਪਣੀ ਨੌਲੇਜ, ਤੱਥਾਂ ਦੇ ਆਧਾਰ ਤੇ ਜੋ ਤੁਹਾਨੂੰ ਪਤਾ ਹੈ, ਜਿਨ੍ਹਾਂ ਨੂੰ ਤੁਸੀਂ ਸਮਝਦੇ ਜੇ ਕਿ 84 ਤੋਂ ਪਹਿਲੇ ਇੰਦਰਾ ਗਾਂਧੀ ਇਹ ਸੀ, ਜਾਂ 84 ਦੇ ਕੁਝ ਹਾਲਾਤ ਇਦਾਂ ਦੇ ਬਣਦੇ ਗਏ ਕਿ ਉਹਨੇ ਦਿਮਾਗ ਤੋਂ ਹੌਲੇ ਬੋਲੇ ਹੋ ਕੇ ਐਡਾ ਵੱਡਾ ਕਾਰਾ ਕਰ ਦਿੱਤਾ। ਇਹ ਹੈ ਕੀ ਸੀ, ਉਸਦਾ ਰਾਜਨੀਤਿਕ ਸਫ਼ਰ ਕਿਦਾਂ ਦਾ ਸੀ? ਜੇ ਤੁਸੀਂ ਥੋੜਾ ਜਿਹਾ ਸਾਨੂੰ ਇਹਦੇ ਬਾਰੇ ਚਾਨਣਾ ਪਾਓ। ਪਹਿਲੀ ਤੇ ਗੱਲ ਭਮਰਾ ਜੀ, ਆਪਾਂ ਇਹ ਸਮਝ ਲਈਏ ਕਿ ਦਿੱਲੀ ਦੇ ਤਖਤ ਤੇ ਬਹਿਣ ਵਾਲਾ ਕੋਈ ਵੀ ਬੰਦਾ, ਚਾਹੇ ਉਹ ਇੰਦਰਾ ਆ, ਚਾਹੇ ਉਹ ਸ਼ਾਸਤਰੀ ਆ, ਚਾਹੇ ਉਹ ਨਹਿਰੂ ਹੈ, ਚਾਹੇ ਉਹ ਇਸ ਤੋਂ ਪਹਿਲਾਂ ਅੰਗਰੇਜ਼ ਸੀ ਤੇ ਚਾਹੇ ਮੁਸਲਮਾਨ ਸੀ, ਸਿੱਖਾਂ ਦਾ ਕੋਈ ਵੀ ਇਤਿਹਾਸੀ ਨਹੀਂ। ਸਭ ਦੀ ਸੋਚ ਸਿੱਖਾਂ ਨੂੰ ਦਬਾ ਕੇ ਰੱਖਣ ਦੀ ਹੈ। ਇਹਨਾਂ ਨੂੰ ਜਥੇਬੰਦੀਆਂ ਹੋਣ ਤੋਂ ਰੋਕਣ ਲਈ ਖੇਰੂ ਕਰਕੇ ਦਬੇਲ ਬਣਾ ਕੇ ਰੱਖਣ ਦੀ ਇੱਛਾ ਹੈ। ਇਹ ਸਾਰਿਆਂ ਦੀ ਇੰਦਰਾ ਕੋਈ ਇਸ ਨਾਲੋਂ ਵਿਕੋ ਲਿਤਰੀ ਜਾਂ ਵੱਖਰੀ ਸੋਚ ਵਾਲੀ ਹਾਕਮ ਨਹੀਂ ਸੀ।
ਪਰ ਪੰਜਾਬੀ ਸੂਬਾ ਬਣਨ ਤੋਂ ਦੇ ਸਮੇਂ ਤੇ ਕੁਝ ਸਾਲਾਂ ਬਾਅਦ ਤੱਕ ਵੀ ਮੀਡੀਆ ਤੋਂ, ਕਿਉਂਕਿ ਉਦੋਂ ਜ਼ਿਆਦਾ ਉਹਨਾਂ ਸਾਲਾਂ ਦੇ ਵਿੱਚ ਪ੍ਰਭਾਵਸ਼ਾਲੀ ਅਖਬਾਰ ਅਜੀਤ ਹੀ ਹੁੰਦੀ ਸੀ, ਤੇ ਅਜੀਤ ਦੇ ਸਾਧੂ ਸਿੰਘ ਹਮਦਰਦ ਹੋਰਾਂ ਦੇ ਐਡੀਟੋਰੀਅਲ ਵਗੈਰਾ ਵੇਖ ਕੇ ਮੈਂ ਵੀ ਇਸ ਵਿਚਾਰ ਦਾ ਸੀ ਕਿ ਪੰਜਾਬੀ ਸੂਬਾ ਬਣਾਉਣ ਵਿੱਚ ਇੰਦਰਾ ਗਾਂਧੀ ਦਾ ਹੱਥ ਸੀ। ਪਰ ਜਦੋਂ ਉਹਨੇ ਮਾਈ ਟਰੁੱਥ ਨਾਂ ਦੀ ਕਿਤਾਬ ਛਾਪੀ ਆ ਤੇ ਉਹਨੇ ਆਪ ਹੀ ਦੱਸਤਾ ਵੀ ਉਹ ਪਿੱਲਰ ਟੂ ਪੋਸਟ ਇਸ ਤਰ੍ਹਾਂ ਭੱਜੀ ਇੱਧਰ ਉੱਧਰ ਕਿ ਕਿਸੇ ਤਰ੍ਹਾਂ ਪੰਜਾਬੀ ਸੂਬਾ ਬਣਨ ਤੋਂ ਰੋਕਿਆ ਜਾਵੇ, ਕਿਉਂਕਿ 65 ਦੀ ਲੜਾਈ ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਸੋਚ ਲਿਆ ਸੀ ਕਿ ਭਾਈ ਸਿੱਖਾਂ ਤੋਂ ਬਿਨਾਂ ਸਾਡਾ ਨਹੀਂ ਸਰ ਸਕਦਾ। ਇਥੋਂ ਤੱਕ ਹਿੰਦੁਸਤਾਨ ਦੀ ਸਰਕਾਰ ਕਮਜ਼ੋਰ ਹੋਈ ਸੀ ਕਿ ਵੈਸਟਰਨ ਕਮਾਂਡ ਦੇ GOCNC ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਸੀ ਜਿਹੜਾ, ਉਸ ਨੂੰ ਜਨਰਲ ਚੌਧਰੀ ਦਾ ਦਿੱਲੀੋਂ ਟੈਲੀਫੋਨ ਆਉਂਦਾ ਹੈ ਕਿ ਪਾਕਿਸਤਾਨ ਦੀ ਇੰਨੀ ਤਿਆਰੀ ਹੈਗੀ ਹੈ ਕਿ ਉਹਦਾ ਟਾਕਰਾ ਨਹੀਂ ਕੀਤਾ ਜਾ ਸਕਦਾ, ਤੁਸੀਂ ਆਪਣੀਆਂ ਜਿਹੜਾ ਮੋਰਚਾ ਆ ਉਹ ਛੱਡ ਕੇ ਅੰਮ੍ਰਿਤਸਰ, ਗੁਰਦਾਸਪੁਰ, ਸਾਰਾ ਮਾਝਾ ਬਿਨਾਂ ਲੜਿਆਂ ਤੋਂ ਦੇ ਕੇ ਬਿਆਸ ਦਰਿਆ ਤੇ ਆਣ ਕੇ ਰੁਕੋ। ਤੇ ਇਹਨਾਂ ਅੱਗੋਂ ਕਿਹਾ ਹਰਬਖਸ਼ ਸਿੰਘ ਨੇ ਵੀ ਪਲੀਜ਼ ਸੈਂਡ ਮੀ ਇਨ ਦਾ ਰਾਈਟਿੰਗ, ਤੇ ਨਾ ਕਿਨੇ ਰਾਈਟਿੰਗ ਸੱਦਿਆ ਤੇ ਨਾ ਮੁੜ ਕੇ ਸੈਂਡ ਕੀਤਾ ਤੇ ਨਾ ਮੁੜ ਕੇ ਗੱਲ ਕੀਤੀ। ਸੋ ਇਹੋ ਜਿਹੀ ਹਾਲਤ ਹਿੰਦੁਸਤਾਨ ਦੀ ਸੀ। ਬਾੜ ਦੇ ਚੀਨ ਦੇ ਮਾਰ ਖਾਣ ਤੋਂ ਬਾਅਦ ਮੁਕਾਬਲੇ ਲਈ ਤਾਂ ਤਿਆਰੀ ਤੇ ਕਰਦੇ ਰਹੇ ਚੀਨ ਦਾ ਮੁਕਾਬਲਾ ਕਰਨ ਲਈ, ਪਰ ਉਹ ਤਿਆਰੀ ਇੰਨੀ ਵੀ ਨਾ ਹੋਈ ਕਿ ਪਾਕਿਸਤਾਨ ਦਾ ਮੁਕਾਬਲਾ ਕੀਤਾ ਜਾ ਸਕੇ। ਚਲੋ ਇਹ ਜ਼ਿਆਦਾ ਆਪਾਂ ਇਸ ਗੱਲ ਤੇ ਨਾ ਜਾਈਏ। ਤੇ ਉਸ ਵੇਲੇ ਫਿਰ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਸੀ, ਉਹਨੇ ਸਿੱਖਾਂ ਦਾ, ਸਿੱਖ ਜਰਨੈਲਾਂ ਦਾ, ਸਿੱਖ ਫੌਜੀਆਂ ਦਾ, ਸਿੱਖ ਜੈ ਜਵਾਨ ਜੈ ਕਿਸਾਨ ਗੱਲਾਂ ਤੇ ਬਹੁਤ ਕੀਤੀਆਂ, ਤੇ ਮੈਂ ਵੀ ਇਸ ਭੁਲੇਖੇ 'ਚ ਰਿਹਾ ਵੀ ਉਹ ਸਿੱਖਾਂ ਦਾ ਬੜਾ ਹਮਦਰਦੀ ਆ, ਪਰ ਪੰਜਾਬੀ ਸੂਬਾ ਬਣਾਉਣ ਦੇ ਹੱਕ ਦੇ ਵਿੱਚ ਉਹ ਵੀ ਨਹੀਂ ਸੀ। ਉਹ ਗਿਆ ਆਪਣਾ ਸਮਝ ਲਓ ਜਨਵਰੀ ਦੇ ਵਿੱਚ ਸਮਝੌਤਾ ਕਰਨ ਵਾਸਤੇ ਤਾਸ਼ਕੰਦ, ਉੱਥੇ ਉਹਦੀ ਮਤਲਬ ਸ਼ੱਕੀ ਹਾਲਾਤ ਦੇ ਵਿੱਚ ਮੌਤ ਹੋ ਗਈ, ਤੇ ਪ੍ਰਧਾਨ ਮੰਤਰੀ ਦੀ ਦੌੜ ਦੇ ਵਿੱਚ ਇੰਦਰਾ ਗਾਂਧੀ ਤੇ ਮੁਰਾਰਜੀ ਦੇਸਾਈ ਦੀ ਲੱਗ ਗਈ। ਪਰ ਜਿਹੜੀ ਕਾਂਗਰਸ ਦਾ ਹਾਈ ਕਮਾਂਡ ਸੀ, ਜਿਹਨੂੰ ਸਿੰਡੀਕੇਟ ਕਿਹਾ ਜਾਂਦਾ ਸੀ, ਜਿਨ੍ਹਾਂ 'ਚ ਅਸਲੀ ਕੰਟਰੋਲ ਸੀ, ਉਹਨਾਂ ਦਾ ਇਹ ਵਿਚਾਰ ਬਣਿਆ ਕਿ ਦੇਸਾਈ ਜਿਹੜਾ ਉਹਨੇ ਸਾਡੀ ਅੰਗੂਠੇ ਥੱਲੇ ਨਹੀਂ ਚੱਲਣਾ, ਇਹਨੂੰ ਨਵੀਂ ਜੀ ਕੁੜੀ ਨੂੰ ਬਣਾ ਦਿਓ, ਇਹ ਫਿਰ ਸਾਡੀ ਮਰਜ਼ੀ ਨਾਲ ਚੱਲੂਗੀ। ਪਰ ਉਹ ਫਿਰ ਸਾਡੀ ਬਿੱਲੀ ਤੇ ਸਾਨੂੰ ਮਿਆਉ, ਉਹ ਬਣ ਕੇ ਪਹਿਲਾਂ ਉਹਨੇ ਠਿੱਬੀ ਉਹ ਸਿੰਡੀਕੇਟ ਨੂੰ ਤੇ ਹਾਈ ਕਮਾਂਡ ਨੂੰ ਲਾਈ। ਇਹ ਮਾਰਚ 1966 ਦੇ ਵਿੱਚ ਕਾਮਰਾਜ ਨਡਾਰ ਦੀ ਅਗਵਾਈ ਹੇਠਾਂ ਇਹ ਮਤਾ ਪਾਸ ਕੀਤਾ ਗਿਆ ਪੰਜਾਬੀ ਸੂਬੇ ਦੇ ਹੱਕ ਦੇ ਵਿੱਚ ਕਿ ਮੌਜੂਦਾ ਪੰਜਾਬ ਵਿੱਚੋਂ ਹਿੰਦੀ ਬੋਲਦੇ ਇਲਾਕੇ ਕੱਢ ਕੇ ਬਾਕੀ ਦਾ ਪੰਜਾਬ ਜਿਹੜਾ ਹੈ ਵੱਖਰਾ ਬਣਾ ਦਿੱਤਾ ਜਾਵੇ, ਪੰਜਾਬੀ ਸੂਬਾ। ਇਹ ਵੱਖਰੀ ਗੱਲ ਹੈ। ਗਾਂ ਜੈਲ ਸਿੰਘ ਇੰਦਰਾ ਨੂੰ ਮਿਲਿਆ, ਉਹਨੇ ਕਿਹਾ ਜੀ ਇਹਦਾ ਨਾਮ ਪੰਜਾਬੀ ਸੂਬਾ ਨਾ ਰੱਖੋ, ਪੰਜਾਬ ਹੀ ਰਹਿਣ ਦਿਓ। ਪਰ ਉਹ ਕਾਂਗਰਸ ਵਰਕਿੰਗ ਕਮੇਟੀ ਦੇ ਮਤੇ ਨੂੰ ਹੁਣ ਰੱਦ ਨਹੀਂ ਸੀ ਕੀਤਾ ਜਾ ਸਕਦਾ। ਇਹ ਟਸਲ ਜਿਹੜੀ ਸੀ ਚੱਲੀ ਪ੍ਰਧਾਨ ਮੰਤਰੀ ਬਣਨ ਦੀ ਦੇਸਾਈ ਤੇ ਇੰਦਰਾ ਦੇ ਵਿੱਚ, ਉਹ 'ਚ ਦੇਸਾਈ ਹਾਰ ਗਿਆ, ਕਿਉਂਕਿ ਪ੍ਰਤਾਪ ਸਿੰਘ ਕੈਰੋਂ ਨੇ, ਪੰਜਾਬ ਦੇ ਚੀਫ ਮਿਨਿਸਟਰ ਨੇ ਵੀ ਦੇਸਾਈ ਦੀ ਸਪੋਰਟ ਕੀਤੀ ਸੀ ਇਸ ਗੱਲ 'ਚ, ਉਹਦੀ ਵੀ ਚੀਫ ਮਿਨਿਸਟਰੀ ਗਈ, ਇੰਦਰਾ ਪ੍ਰਧਾਨ ਮੰਤਰੀ ਬਣ ਗਈ। ਤੇ ਇਹਨੇ ਹੁਣ ਇਹ ਬਚਣਾ ਚਾਹੁੰਦੀ ਸੀ ਵੀ ਸਿੱਖ ਵੀ ਇੰਦਰਾਜ ਨਾਲ ਸੱਪ ਵੀ ਮਰ ਜਾਵੇ ਤੇ ਸੋਟਾ ਵੀ ਬਚ ਜਾਵੇ, ਵੀ ਕਿਸੇ ਨਾ ਕਿਸੇ ਤਰ੍ਹਾਂ ਪੰਜਾਬੀ ਸੂਬਾ ਨਾ ਬਣੇ, ਕਿਉਂਕਿ ਪੰਜਾਬ ਜੇ ਛੋਟਾ ਬਣਦਾ ਸੀ ਤੇ ਉਹ ਸਿੱਖ ਮੈਜੋਰਟੀ ਵਾਲਾ ਬਣਦਾ ਸੀ, ਪਾਵਰ ਜਿਹੜੀ ਸੀ ਉਹ ਪੋਲੀਟੀਕਲ ਸਿੱਖਾਂ ਦੇ ਹੱਕ ਦੇ ਵਿੱਚ ਹੋ ਜਾਂਦੀ ਸੀ, ਥੋੜੇ ਰੂਪ ਦੇ ਵਿੱਚ, ਕਿਸੇ ਤਰ੍ਹਾਂ ਵੀ ਕਹਿ ਲਓ। ਕੋਈ ਵੀ ਇੱਕ ਛੱਡ ਕੇ ਉਹ ਜਿਹੜਾ ਸੀਗਾ ਪੰਜਾਬ ਦੇ ਵਿੱਚ ਸੇਠ ਰਾਮਨਾਥ ਜੈਤੋ ਵਾਲਾ, ਉਸ ਤੋਂ ਬਿਨਾਂ ਪੰਜਾਬੀ ਕੋਈ ਵੀ ਹਿੰਦੂ ਪੰਜਾਬੀ ਸੂਬੇ ਦੇ ਹੱਕ 'ਚ ਨਹੀਂ ਸੀ। ਹਾਂ, ਹਰਿਆਣੇ ਦੇ ਜਾਟ ਜ਼ਰੂਰ ਹੱਕ ਵਿੱਚ ਸੀ ਕਿ ਜੇ ਪੰਜਾਬੀ ਸੂਬਾ ਬਣ ਗਿਆ ਤੇ ਸਾਡਾ ਹਰਿਆਣਾ ਪ੍ਰਾਂਤ ਵੀ ਵੱਖਰਾ ਬਣ ਜੂ ਤੇ ਪੋਲੀਟੀਕਲ ਪਾਵਰ ਜਾਟਾਂ ਦੇ ਹੱਥ ਵਿੱਚ ਆ ਜਾਏਗੀ।
तो बहुत दूर दे रहन वाले प्रजा सोच दो पार्टियां नूं छड्ड के कांग्रेस नूं ते जन संघ नूं छड्ड के पंजाब तो बाहर रहियां सारियां ही पार्टियां दे लीडर जिहड़े सी वो पंजाबी सूबे दे हक विच सन, खिलाफ नहीं सन। पर पंजाब दी कोई भी पार्टी जिहड़ी सी अकाली दल तो बिना पंजाबी सूबे दे हक विच नहीं सी समझी जाती, क्योंकि बाकियां दे विच मेजॉरिटी जिहड़ी उन्हां सिखां दी हुंदी सी। तो आपां अगे चलीए तो इंदिरा ने सोचिया कि उन्हें एक पार्लीमेंटरी कमेटी बनाती सरदार हुकम सिंह दी चेयरमैनशिप हेठां, कि उन्होंने ख्याल सी कि हुकम सिंह जिहड़ा पंजाबी सूबे दे खिलाफ आ। इन्हें एक 1959 ते 58 दे विच हुकम सिंह ने पंजाबी सूबे दे खिलाफ बयान देता सी ते इंदिरा गांधी नूं इह सीगा शक भी इह पंजाबी सूबे दा ਉਹ ਇਸ ਵਾਸਤੇ ਆਪਣੇ ਥਾਂ ਸੀ। ਉਹ ਕਹਿੰਦਾ ਵੀ ਸਿੱਖਾਂ ਦਾ ਮਸਲਾ ਜਿਹੜਾ ਹੈ ਉਹ ਪੰਜਾਬੀ ਸੂਬਾ ਬਣਨ ਨਾਲ ਹੀ ਹੱਲ ਨਹੀਂ ਹੋ ਸਕਦਾ, ਸਿੱਖਾਂ ਨੂੰ ਵੱਧ ਪਾਵਰਸ ਕੋਈ ਚਾਹੀਦੀ ਹੈ, ਜਿਹਦਾ ਮਤਲਬ ਇਹ ਸੀ। ਤੇ ਉਹਨੇ ਸੋਚਿਆ ਵੀ ਹੁਕਮ ਸਿੰਘ ਇੱਕ ਸਿੱਖ ਦੇ ਪਾਸੋਂ ਹੀ ਜਿਹੜਾ ਸਾਬਕਾ ਅਕਾਲੀ ਸੀ ਉਹਦੇ ਕੋਲੋਂ ਹੀ ਰਿਪੋਰਟ ਕਰਵਾਤੀ ਜਾਵੇ ਕਿ ਪੰਜਾਬੀ ਸੂਬਾ ਨਹੀਂ ਬਣਨਾ ਚਾਹੀਦਾ ਤੇ ਉਹ ਨਾ ਬਣੇ। पर जदों उन्होंने पता लग गया भी हुकम सिंह तो खिलाफ नहीं रिपोर्ट देगा, उन्हें भी रिपोर्ट उन्हें आप भी हुकम सिंह ने मन्निया कि मैनू ही इंदिरा ने मेरी कम्यूनिटी के खिलाफ ही वरतन का यत्न किया। चलो इथों आप अगे आइए, एक होर एक विच गल आ बड़ी, ये विचार अधीन खोज अधीन होनी चाहिए। विद्वान इस बारे गल नहीं ना निखेधी करते हैं ना प्रौढ़ता करते हैं। जिहड़ी इतिहास च सिक्स इन हिस्टरी नां दी बहुत वड्डी किताब डॉक्टर संगत सिंह ने लिखी है, जिहदा तर्जमा पंजाबी विच भी मिलदा है। उन्हें तां इह दस्सिया कि नेहरू फैमिली जिहड़ी है ये कश्मीर दे कौल ब्राह्मण ने ते गंगू ब्राह्मण जिहड़ा गुरु साहब दा रसोईया साहबजादे ते माता नूं शहीद कराउण दा कारण बणिया सी, इह ओहदा खानदान तुरिया आ रिहा ते इह धार्मिक तौर ते भी ते सियासी तौर ते भी सिख पंथ का अंदरों दुश्मन आ, बाहरों कुछ चापलूसियां लालो पापो करी जावे, वखरी गल आ। चलो ये अजे खोज का विषय आ, विद्वानां नूं चाहीदा इस बारे गल करन कि ਉਹਦੇ ਵਿੱਚ ਉਸਨੇ बड़ा विस्तार नाल लिखिया कि कौन 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 कित्थों तक गल पहुंची। तो ये अखीरी फिर मजबूर हो के इंदिरा गांधी दी अगवाई हेठां सरकार नूं पंजाबी सूबा बनाउणा पिया ते बनाउण दा जिहड़ा सी काम होम मिनिस्टर दे रूप दे विच गुलजार ने कि वो आप पंजाबी सी, पाकिस्तानी पंजाब पश्चिमी पंजाब दे विचों इधर आया होया सी ते वो अहमदाबाद गुजरात दा वसनीक ते उथों इलैक्शन लड़ के MP बनदा हुंदा सी ते उन्हें अपने हिसाब नाल पंजाबी सूबा इउं वेतरिया कि हरियाणा बन जाए, पंजाबी सूबा बनाने की बजाय हरियाणा ते हिमाचल बनाने का यत्न किया गया भी मैं हिमाचल हरियाणे दे विच अपनी सीट पक्की रिजर्व करवा ला पार्लीमेंट की। करनाल तो फिर वो MP लड़ के बनिया भी हैं। पर हुण गल ते सी भी जिहड़ा टर्म्स ऑफ रेफरेंस जिहड़ियां दास कमिशन कोल सी कि भाई जिथे मेजॉरिटी पंजाबी बोलण वालियां दी है ਉਹ ਤੇ ਕੰਟੀਗਿਊਟੀ ਨਾਲ ਲਗਮਾ ਇਲਾਕਾ ਤੇ ਪੂਰੀ ਦੀ ਪੂਰੀ ਤਹਿਸੀਲ ਦੇ ਵਿੱਚ ਮੈਜੋਰਟੀ ਪੰਜਾਬੀ ਬੋਲਣ ਵਾਲਿਆਂ ਦੀ ਪੂਰੀ ਤਹਿਸੀਲ ਜਾਂ ਹਰਿਆਣੇ 'ਚ ਜਾਵੇ ਜਾਂ ਹਿਮਾਚਲ 'ਚ ਜਾਵੇ ਜਾਂ ਪੰਜਾਬ ਦੇ ਵਿੱਚ ਰਵੇ। ਸੋ ਜਦੋਂ ਤਿੰਨ ਇਹ ਉਸ ਦੇ ਸਾਹਮਣੇ ਟਰਮਸ ਰੱਖ ਦਿੱਤੀਆਂ ਗਈਆਂ ਤੇ ਇਸ ਹਿਸਾਬ ਨਾਲ ਉਹਨੇ ਫਿਰ ਫੈਸਲਾ ਕੀਤਾ, ਕਿਉਂਕਿ 61 ਦੀ ਮਰਦਮਸ਼ੁਮਾਰੀ ਜਿਹੜੀ ਸੀ 1900 ਹੁਣ ਸਿੱਖ ਕਹਿੰਦੇ ਆ भी सही वंड तां होनी सी जे 1941 वाली मरदमशुमारी जिहड़ी सही सी उस नूं मन्निया जावे। पर उस वे ते ओहदे जे मनदे ते सिखां दी मेजॉरिटी वाला सूबा बन ही नहीं सकदा, क्योंकि उदों तां बिना फिरका परस्ती तो उपर उठ के ते सारे पंजाबियां ने अपनी बोली पंजाबी लिखवाई सी ते ओहदे मेजॉरिटी हिंदुआं दी बननी, सिखां दी बन नहीं सकदी। पंजाबी सूबे का नां ते अंदरों सी सिख मेजॉरिटी वाला वो इलाका दिता जावे जिहड़ा कि कांग्रेसी आगू 47 तो पहिलां साडे नाल इकरार करते रहे आ। अगे चलीए वो हुण
ਇੰਦਰਾ ਦੀ ਗਾਂ ਗੱਲ ਇਹ ਤੇ ਗੁਪਤ ਰਹੀ ਨਾ ਗੱਲ ਵੀ ਅੰਦਰੋਂ ਪੰਜਾਬੀ ਸੂਬੇ ਦੇ ਖਿਲਾਫ ਸੀ, ਇਹ ਪ੍ਰਗਟ ਨਹੀਂ ਹੋਈ। ਤੇ ਆਪਾਂ ਕਿਉਂਕਿ ਸਾਰਾ ਕੁਝ ਮੈਂ ਸਾਹਮਣੇ ਅੱਖਾਂ ਨਾਲ ਵਾਪਰਦਾ ਨਹੀਂ ਵੇਖਿਆ, ਮੀਡੀਆ ਦੇ ਵਿੱਚੋਂ ਹੀ ਪਤਾ ਲੱਗਦਾ ਰਿਹਾ, ਉਤੋਂ ਜੋ ਵਿਚਾਰ ਬਣਿਆ ਬਿਨਾਂ ਕਿਸੇ ਲਿਹਾਜ਼ ਦੇ ਤੇ ਬੇਈਮਾਨੀ ਦੇ ਇਮਾਨਦਾਰੀ ਨਾਲ ਮੈਂ ਉਹੀ ਆਪਦੇ ਸਰੋਤਿਆਂ ਦੇ ਨਾਲ ਸਾਂਝਾ ਕਰਨ ਦਾ ਯਤਨ ਕਰ ਰਿਹਾ ਵਾਂ। ਕਿਉਂ ਫਿਰ ਜਦੋਂ ਪੰਜਾਬੀ ਸੂਬੇ ਦਾ ਐਲਾਨ ਹੋ ਗਿਆ ਤੇ ਸਾਰੀ ਦੀ ਸਾਰੀ ਖਰੜ ਤਹਿਸੀਲ ਜਿਹੜੀ ਹੈ ਹਰਿਆਣੇ ਨੂੰ ਜਾਂਦੀ ਸੀ। ਅੱਛਾ, ਆਨੰਦਪੁਰ ਜਿਹੜਾ ਸੀ ਇਹ ਵੀ ਹਿਮਾਚਲ ਨੂੰ ਜਾਂਦਾ ਸੀ, ਪਹਾੜੀ ਇਲਾਕਾ ਹੋਣ ਕਰਕੇ। ਤੇ ਇਹ ਤਾਂ ਸਗੋਂ ਇੰਦਰਾ ਗਾਂਧੀ ਨੇ ਇਸ ਮਸਲੇ ਤੇ ਦਖਲ ਦੇ ਕੇ ਕਿ ਹਰਿਆਣੇ ਨੂੰ ਜਾਂਦੀ ਖਰੜ ਤਹਿਸੀਲ ਜੇ ਤੇ ਮੈਜੋਰਟੀ ਹਿੰਦੀ ਬੋਲਣ ਵਾਲਿਆਂ ਨੇ ਭਾਵੇਂ ਬੋਲਦੇ ਪੰਜਾਬੀ ਸਨ ਲਿਖਵਾਈ ਸੀ, ਉਸ ਟਰਮਸ ਦੇ ਅਨੁਸਾਰ ਉਹ ਹਰਿਆਣੇ ਨੂੰ ਹਿਮਾਚਲ ਨੂੰ ਹਰਿਆਣੇ ਨੂੰ ਜਾਣੀ ਚਾਹੀਦੀ ਸੀ, ਚੰਡੀਗੜ੍ਹ ਤਹਿਸੀਲ ਖਰੜ ਤਹਿਸੀਲ। ਪਰ ਇੰਦਰਾ ਨੇ ਦਖਲ ਦੇ ਕੇ ਖਰੜ ਤਹਿਸੀਲ ਹਰਿਆਣੇ ਚੋਂ ਜਾਂਦੀ ਖੋ ਕੇ ਉਹ ਪੰਜਾਬੀ ਸੂਬੇ ਵਿੱਚ ਸ਼ਾਮਲ ਕੀਤੀ ਤੇ ਚੰਡੀਗੜ੍ਹ ਨੂੰ ਜਿਹੜਾ ਸੀ ਉਹ ਆਪਣਾ ਸੈਂਟਰ ਦੇ ਅਧੀਨ ਯੂਨੀਅਨ ਟੈਰੀਟਰੀ ਬਣਾ ਲਿਆ, ਜਿਹੜਾ ਅੱਜ ਵੀ ਚੱਲਿਆ ਆਉਂਦਾ ਹੈ। ਇਸ ਤੋਂ ਫਿਰ ਜਿਹੜਾ ਸੀ ਆਨੰਦਪੁਰ ਸਾਹਿਬ ਉਹ ਵੀ ਹਿਮਾਚਲ ਜਾਂਦਾ ਹੋਇਆ ਰੋਕ ਕੇ ਸਿੱਖਾਂ ਦੇ ਧਾਰਮਿਕ ਜਜ਼ਬਾਤ ਨੂੰ ਮੁੱਖ ਰੱਖਦਿਆਂ ਹੋਇਆਂ ਉਹ ਪੰਜਾਬੀ ਸੂਬੇ ਦੇ ਵਿੱਚ ਲਿਆਂਦਾ। ਹੁਣ ਜਿਹੜਾ ਫਾਜ਼ਿਲਕਾ ਤੇ ਅਬੋਹਰ ਆ, ਇਹ ਹਿੰਦੀ ਬੋਲਦਾ, ਇਹ ਬਾਗੜੀ ਕਹਿ ਲਓ ਹਿੰਦੀ ਦਾ ਰੂਪ, ਉਹ ਪਰ ਉਹਨੂੰ ਪੰਜਾਬੀ ਨਹੀਂ ਮੰਨਦੇ, ਉਹ ਹਿੰਦੀ ਪੜ੍ਹਦੇ ਤੇ ਮੰਨਦੇ ਆ, ਭਾਵੇਂ ਬਾਗੜੀ ਬੋਲਦੇ ਨੇ। ਤੇ ਉਹ ਕਿਉਂਕਿ ਕੰਟੀਗਿਊਟੀ ਨਹੀਂ ਸੀ ਬਣਦੀ, ਇੱਕ ਕੰਦੂ ਖੇੜਾ ਇੱਕ ਪਿੰਡ ਸੀ ਜਿਹਦੇ ਨਾਲ ਉਹਦਾ ਫਾਜ਼ਿਲਕਾ ਅਬੋਹਰ ਦਾ ਲਿੰਕ ਹਰਿਆਣੇ ਨਾਲ ਟੁੱਟਦਾ ਸੀ। ਜੇ ਕਿਤੇ ਉਹ ਕੰਦੂ ਖੇੜੇ ਦੇ ਬਾਗੜੀ ਲੋਕ ਆਪਣੀ ਬੋਲੀ ਪੰਜਾਬੀ ਨਾ ਲਿਖਾਉਣ, ਹਿੰਦੀ ਲਿਖਵਾਉਣ ਤੇ ਹਰਿਆਣਾ ਸੌਰੀ ਅਬੋਹਰ ਤੇ ਫਾਜ਼ਿਲਕਾ ਦੋਵੇਂ ਵੱਡੇ ਸ਼ਹਿਰ ਇਹ ਹਰਿਆਣੇ ਦੇ ਵਿੱਚ ਚਲੇ ਜਾਂਦੇ ਸੀ। ਚਲੋ ਇਹ ਫਿਰ ਬਾਅਦ ਦੇ ਵਿੱਚ ਜਦੋਂ ਆਪਣਾ ਦੇ ਵਜ਼ਾਰਤ ਵੇਲੇ ਮੁੱਖ ਮੰਤਰੀ ਜਦੋਂ ਬਰਨਾਲਾ ਸਾਹਿਬ ਸੀਗੇ, ਉਦੋਂ ਇਹ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਇਹ ਸੀ ਨਾ ਵੀ ਵੇਖਿਆ ਜਾਵੇ ਵੀ ਹਿੰਦੀ ਬੋਲਦੇ ਕਿਹੜੇ ਇਲਾਕੇ ਉਹ ਹਰਿਆਣੇ ਨੂੰ ਦਿੱਤੇ ਜਾਣ ਤਾਂ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ। ਇਹ ਰਾਮ ਰੌਲਾ ਵਿੱਚ ਜੇ ਰਹਿ ਗਿਆ। ਉਦੋਂ ਇਹ ਮਾਲ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ, ਇਹਨੇ ਉੱਥੇ ਜਾ ਡੇਰਾ ਲਾਇਆ ਸੀ ਕੰਦੂ ਖੇੜੇ ਪਿੰਡ ਦੇ ਵਿੱਚ। ਜਦੋਂ ਕਿ ਹਰਿਆਣੇ ਦੇ ਚੌਧਰੀ ਭਜਨ ਲਾਲ ਨੇ ਕੰਦੂ ਖੇੜੇ ਦੇ ਸਰਪੰਚ ਨੂੰ ਹਰਿਆਣੇ ਦੇ ਵਿੱਚ ਕੈਬਨਿਟ ਮਿਨਿਸਟਰ ਬਣਾਉਣ ਦਾ ਵਾਅਦਾ ਵੀ ਕੀਤਾ ਤੇ ਮੂੰਹ ਮੰਗਾ ਜੋ ਵੀ ਕੁਝ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ, ਤੂੰ ਆਪਣੇ ਕੰਦੂ ਖੇੜੇ ਦੇ ਵਿੱਚ ਮੈਜੋਰਟੀ ਹਿੰਦੀ ਬੋਲਣ ਵਾਲਿਆਂ ਨੂੰ ਕਰ ਦਿਓ। ਪਰ ਉਹ ਉੱਥੇ ਜ਼ੋਰ ਦੇਣ ਨਾਲ ਕੈਪਟਨ ਉਹਦਾ ਜਿਹੜਾ ਸੀਗਾ ਕਹਿ ਲਓ ਸਰਪੰਚ, ਉਹਦੀ ਇਮਾਨਦਾਰੀ ਕਹਿ ਲਓ, ਹਿੰਮਤ ਕੈਪਟਨ ਸਾਹਿਬ ਦੀ ਕਹਿ ਲਓ, ਉਹ ਕੰਦੂ ਖੇੜਾ ਜਿਹੜਾ ਸੀਗਾ ਉਹ ਨਹੀਂ ਮੰਨੇ ਕਿ ਸਾਡੀ ਬੋਲੀ ਹਿੰਦੀ ਹੈ। ਇਸ ਲਈ ਅਬੋਹਰ ਤੇ ਫਾਜ਼ਿਲਕਾ ਪੰਜਾਬੀ ਸੂਬੇ ਵਿੱਚ ਰਹਿ ਗਏ। ਉਹ ਬਾਗੜੀਆਂ ਦੀ ਮੈਜੋਰਟੀ ਵਾਲੇ ਸ਼ਹਿਰ ਤੇ ਪਿੰਡ ਨੇ ਪੂਰੇ। ਸੋ ਅੱਗੇ ਅਸੀਂ ਚੱਲੀਏ ਤੇ ਇੰਦਰਾ ਗਾਂਧੀ ਦੇ ਨਾਲ ਸਿੱਖਾਂ ਦਾ ਸਬੰਧ ਬੜਾ ਚੰਗਾ ਰਿਹਾ ਉਸ ਤੋਂ ਬਾਅਦ, ਕਿਉਂਕਿ ਸਿੱਖ ਸਮਝਦੇ ਕਿ ਪੰਜਾਬੀ ਸੂਬਾ ਬਣਾਉਣ ਵਾਲੀ ਇੰਦਰਾ ਹੈ, ਭਾਵੇਂ ਭੁਲੇਖਾ ਸੀ। 1967 ਦੀ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਕਿਉਂਕਿ ਸੰਤ ਫਤਿਹ ਸਿੰਘ ਹੋਰਾਂ ਨੂੰ ਬੜੀ ਆਸ ਸੀ ਕਿ ਸਾਡੀ ਜਿੱਤ ਹੋਏਗੀ, ਪਰ ਅਕਾਲੀ ਦਲ ਦੇ ਦੋ ਗਰੁੱਪ ਬਣਨ ਨਾਲ ਵੋਟਾਂ ਵੰਡੇ ਜਾਣ ਦੇ ਨਾਲ 104 MLA ਸੀਟਾਂ ਦੇ ਵਿੱਚੋਂ ਸਿਰਫ 24 ਇੱਕ ਸੰਤ ਅਕਾਲੀ ਦਲ ਤੇ 2 ਮਾਸਟਰ ਅਕਾਲੀ ਦਲ ਨੂੰ ਆਈਆਂ ਸੀਟਾਂ। ਤੇ ਸੰਤ ਉਦੋਂ ਜੋ ਨਤੀਜਾ ਨਿਕਲਿਆ, ਮੈਂ 19 Z ਗੁਰਦੁਆਰੇ ਦੇ ਵਿੱਚ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਮੈਂ ਤੇ ਸੰਤ ਜੀ ਇਕੱਲੇ ਹੀ ਸਨ। ਤੇ ਚਲੋ ਉਹਦੇ ਬਾਰੇ ਮੈਂ ਲੇਖ ਇੱਕ ਲਿਖਿਆ ਹੋਇਆ, ਉਹ ਵੱਖਰਾ ਹੈ, ਆਪਣਾ ਜ਼ਿਆਦਾ ਸਮਾਂ ਲੱਗ ਜਾਊਗਾ। ਪਰ ਉਸ ਵੇਲੇ ਸੰਤ ਫਤਿਹ ਸਿੰਘ ਦੇ ਵਿਚਾਰ ਸੀਗੇ ਵੀ ਹੁਣ ਪੰਜਾਬ ਦੀ ਤੇ ਸਿੱਖਾਂ ਦੀ ਭਲਾਈ ਇਸ ਵਿੱਚ ਆ ਕਿ ਕਾਂਗਰਸ ਤੇ ਅਕਾਲੀਆਂ ਦੀ ਕੋਲੀਸ਼ਨ ਬਣੇ। ਤੇ ਮੈਂ ਕਿਹਾ ਜੀ ਬਣਾ ਲਓ। ਫਿਰ ਕਹਿੰਦੇ ਵੀ ਫਿਰ ਸਿੱਖਾਂ ਦੀ ਜਿਹੜੀ ਅਗਵਾਈ ਹੈ ਉਹ ਫਿਰ ਸਾਡੇ ਹੱਥ ਨਹੀਂ ਰਹੇਗੀ, ਅਸੀਂ ਸਾਡੇ ਤੇ ਕਾਂਗਰਸੀ ਹੋਣ ਦਾ
ਲੇਬਲ ਲੱਗ ਜਾਊਗਾ। ਚਲੋ ਕਿਵੇਂ ਉਹ ਫਿਰ ਇਕੱਠੇ ਹੋਏ ਖੰਨੇ ਆਣ ਕੇ 53, ਕਿਉਂਕਿ 104 ਚੋਂ 53 ਦੀ ਮੈਜੋਰਟੀ ਸੀ, ਉਹ 53 ਚੂੰ ਦਾ ਮੁਰੱਬਾ ਇਕੱਠਾ ਕਰਕੇ ਟੁੱਟੀ ਭੱਜੀ ਜੀ ਸਰਕਾਰ ਅਕਾਲੀ ਦਲ ਦੀ ਅਗਵਾਈ ਹੇਠਾਂ ਬਣ ਗਈ, ਜਿਹੜੀ 8 ਕੁ ਮਹੀਨੇ ਚੱਲੀ। ਕਾਂਗਰਸ ਨੇ ਗਿੱਲ ਨੂੰ ਅਕਾਲੀ ਨੂੰ ਬਗਾਵਤ ਕਰਵਾ ਕੇ ਤੇ ਸਰਕਾਰ ਤੜਵਾਤੀ। ਤੇ ਇਸ 69 ਦੀ 69 ਦੀ ਇਲੈਕਸ਼ਨ ਦੁਬਾਰਾ ਹੋਈ, ਉਹਦੇ ਵਿੱਚ ਅਕਾਲੀ ਜਿਹੜੇ ਸੀ ਉਹ ਜਿੱਤਦੇ ਤਕਰੀਬ ਆਪਣਾ ਸਮਝ ਲਓ ਕਿ 43 + 2 45 MLA ਜਿਹੜੇ ਸੀ ਉਹ ਅਕਾਲੀਆਂ ਦੇ ਬਣੇ। ਕਾਂਗਰਸ ਜਿਹੜੀ ਸੀ ਉਹ ਥੱਲੇ ਆ ਗਈ ਤੇ ਫਿਰ ਚੂੰ ਦੇ ਮੁਰੱਬੇ ਦੀ ਥਾਂ ਬਹੁਤੀਆਂ ਪਾਰਟੀ ਥਾਂ ਤੇ ਜਨਸੰਘ ਦੇ ਨਾਲ ਮਿਲ ਕੇ ਅਕਾਲੀ ਦਲ ਨੇ 2 ਪਾਰਟੀਆਂ ਦੀ ਕੋਲੀਸ਼ਨ ਸਰਕਾਰ ਬਣਾਈ। ਇਸ ਸਾਲ ਦੇ ਵਿੱਚ ਫਿਰ ਕਾਂਗਰਸ ਹਾਈ ਕਮਾਂਡ ਸਿੰਡੀਕੇਟ ਤੇ ਇੰਦਰਾ ਗਾਂਧੀ ਦੀ ਟੱਕਰ ਹੋ ਗਈ, ਕਿਉਂਕਿ ਸਿੰਡੀਕੇਟ ਜਿਹੜਾ ਉਹਨੇ ਇੰਦਰਾ ਨੂੰ ਡਿਸਾਈ ਦੇ ਮੁਕਾਬਲੇ ਤੇ ਇਸ ਲਈ ਬਣਾਇਆ ਕਿ ਸਾਡੀ ਮਰਜ਼ੀ ਨਾਲ ਚੱਲੂਗੀ, ਤੇ ਇਹ ਉਹਨਾਂ ਦੀ ਮਰਜ਼ੀ ਤੇ ਕੀ ਚੱਲਣਾ ਸੀ, ਇਹ ਆਪ ਜੋ ਇਹਨੂੰ ਚੰਗਾ ਲੱਗਦਾ ਇਹਨੇ ਕੀਤਾ, ਆਪਣੇ ਆਜ਼ਾਦੀ ਨਾਲ ਚੱਲਦੀ ਰਹੀ। ਇਥੋਂ ਤੱਕ ਕਿ ਰਾਧਾ ਕ੍ਰਿਸ਼ਨ ਜਿਹੜਾ ਸੀ ਉਹ 3 ਪ੍ਰਧਾਨ ਮੰਤਰੀਆਂ ਨਾਲ ਰਾਸ਼ਟਰਪਤੀ ਰਿਹਾ ਸੀ, ਪੰਡਿਤ ਨਹਿਰੂ, ਸ਼ਾਸਤਰੀ ਤੇ ਇੰਦਰਾ ਗਾਂਧੀ। ਤੇ ਉਹਨੂੰ ਕਹੇ ਪੱਤਰਕਾਰ ਨੇ ਕਈ ਗੱਲ ਕਰਦਿਆਂ ਕਿਹਦੇ ਪਈ ਕਿ ਤੁਹਾਡੇ ਸਬੰਧ ਕਿਹੋ ਜਿਹੇ ਰਹੇ, ਕਹਿੰਦਾ ਜੀ ਵੀ ਪੰਡਿਤ ਨਹਿਰੂ ਜੀ ਮੈਨੂੰ ਦੱਸ ਦਿੰਦੇ ਹੁੰਦੇ ਸੀ ਵੀ ਅਸੀਂ ਆਹ ਕੰਮ ਕਰਨਾ, ਤੇ ਮਤਲਬ ਦੱਸ ਦਿੰਦੇ ਹੁੰਦੇ ਸੀ ਕਰਨਾ, ਆਗਿਆ ਨਹੀਂ ਲੈਣੀ, ਭਾਵੇਂ ਕਿ ਕਾਂਸਟੀਟਿਊਸ਼ਨਲੀ ਜਿਹੜਾ ਉਹ ਸ਼੍ਰੋਮਣੀ ਸੁਪਰੀਮ ਕਮਾਂਡਰ ਹੈਡ ਆਫ ਸਟੇਟ ਰਾਸ਼ਟਰਪਤੀ ਉਹਦੇ ਕੋਲ ਤਾਂ ਪਾਵਰਸ ਹੁੰਦੀਆਂ ਸੀ, ਤੇ ਇਹ ਵੀ ਇੱਕ ਵੱਖਰਾ ਸਬਜੈਕਟ ਹੈ। ਹੁਣ ਸਿਰਫ ਰਾਸ਼ਟਰਪਤੀ ਜਿਹੜਾ ਉਹ ਸਟੈਂਪ ਰਬੜ ਸਟੈਂਪ ਹੀ ਹੋ ਗਿਆ, ਤੇ ਇਹ ਵੱਖਰਾ ਲੰਮਾ ਚੌੜਾ ਚੱਕਰ ਹੈ। ਕਾਂਸਟੀਟਿਊਸ਼ਨ ਇੰਦਰਾ ਨੇ ਅਮੈਂਡਮੈਂਟਾਂ ਕਰ ਕਰਕੇ ਇਸ ਤਰ੍ਹਾਂ ਬਣਾਤੀ ਗੱਲ। ਇਹ ਕਹਿੰਦੇ ਵੀ ਸ਼ਾਸਤਰੀ ਅੱਧੇ ਕੁ ਕੰਮ ਮੈਨੂੰ ਦੱਸ ਦਿੰਦਾ ਹੁੰਦਾ ਸੀ, ਮੈਂ ਕਰ ਲੈਣੇ ਆ, ਤੇ ਅੱਧੇ ਕੁ ਫਿਰ ਕਰਕੇ ਦੱਸ ਦਿੰਦਾ ਹੁੰਦਾ ਸੀ। ਇੰਦਰਾ ਗਾਂਧੀ ਕਹਿੰਦੀ ਜੋ ਕੁਝ ਕਰਨਾ ਹੁੰਦਾ ਉਹ ਕਰਕੇ ਫਿਰ ਬਾਅਦ ਚ ਮੈਨੂੰ ਦੱਸ ਦਿੰਦੀ ਹੈ ਕਿ ਮੈਂ ਇਉਂ ਕਰਤਾ। ਤੋ ਇਹ ਜਦ ਰਾਸ਼ਟਰਪਤੀ ਦੀ ਇਹ ਪੋਜੀਸ਼ਨ ਸੀ ਤੇ ਉਹ ਸਿੰਡੀਕੇਟ ਨੂੰ ਫਿਰ ਕੀ ਜਾਣੇ, ਉੱਥੇ ਫਿਰ ਜੀ ਇਹਨਾਂ ਦਾ ਟਾਕਰਾ ਹੋ ਗਿਆ, ਕਿਉਂਕਿ ਆਪਣਾ ਰਾਸ਼ਟਰਪਤੀ ਦੀ ਚੋਣ ਹੋਣੀ ਸੀ। ਕਾਂਗਰਸ ਵਰਕਿੰਗ ਕਮੇਟੀ ਕਹਿ ਲਓ, ਹਾਈ ਕਮਾਂਡ ਕਹਿ ਲਓ, ਸਿੰਡੀਕੇਟ ਕਹਿ ਲਓ, ਉਹਨਾਂ ਨੇ ਕਾਂਗਰਸ ਦਾ ਆਫੀਸ਼ੀਅਲ ਕੈਂਡੀਡੇਟ ਰਾਸ਼ਟਰਪਤੀ ਦਾ ਨੀਲਮ ਸੰਜੀਵਾ ਰੈਡੀ ਨੂੰ ਬਣਾਇਆ। ਇੰਦਰਾ ਗਾਂਧੀ ਨੇ ਕਾਂਗਰਸੀ ਹੁੰਦਿਆਂ ਹੋਇਆਂ ਵੀ ਕਾਂਗਰਸ ਦੇ ਕੈਂਡੀਡੇਟ ਦੇ ਆਫੀਸ਼ੀਅਲ ਦੇ ਮੁਕਾਬਲੇ ਤੇ ਵੀ ਗਿਰੀ ਨੂੰ ਆਜ਼ਾਦ ਖੜਾ ਕਰ ਦਿੱਤਾ, ਤੇ ਨਾਲ ਐਲਾਨ ਕਰਤਾ ਕਿ ਜ਼ਮੀਰ ਦੀ ਆਵਾਜ਼ ਨਾਲ ਵੋਟ ਪਾਓ। ਜ਼ਮੀਰ ਦੀ ਆਵਾਜ਼ ਤਾਂ ਫਿਰ ਪੋਲੀਟੀਸ਼ੀਅਨਾਂ ਦੀ ਬਣਦੀ ਜਿਹਦੇ ਕੋਲ ਪਾਵਰ ਆ। ਹਿੰਦੁਸਤਾਨ ਦੀ ਸਾਰੀ ਸ਼ਕਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਲ ਆ, ਤੇ ਜਿੱਧਰ ਇੰਦਰਾ ਗਾਂਧੀ ਦਾ ਇਸ਼ਾਰਾ ਹੋਣਾ ਸੀ MP ਉਧਰੋਂ ਵੱਧ ਕਿਵੇਂ ਵੋਟਾਂ ਪਾ ਸਕਦੇ ਸੀ। ਉਸ ਵੇਲੇ ਬਿਨਾਂ ਸ਼ਰਤ ਤੋਂ ਪੰਜਾਬ ਦਾ ਮੁੱਖ ਮੰਤਰੀ ਅਕਾਲੀ ਜਸਟਿਸ ਗੁਰਨਾਮ ਸਿੰਘ ਇੰਦਰਾ ਨੂੰ ਜਾ ਕੇ ਕਿਹਾ ਕਿ ਬੀਬੀ ਜੀ ਸਾਡੀ ਪਾਰਟੀ, ਸਾਡੇ MP, ਸਾਡੇ MLA ਤੁਹਾਨੂੰ ਵੋਟਾਂ ਪਾਉਣਗੇ। ਔਰ ਇਹ ਗੱਲ 3 ਬੰਦੇ ਸੀ ਉੱਥੇ, ਦੋਨੋਂ ਇੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚਰਨ ਸਿੰਘ ਜੀ ਜਿਹੜੇ ਸਾਰਾ ਕੁਝ ਕਰਨ ਦੇ ਪ੍ਰੈਕਟੀਕਲੀ ਉਹ ਸਮਝੋ ਵੀ ਲੀਡਰ ਸੀਗੇ, ਤੇ ਜਨਤਾ ਵਿੱਚ ਅਫੀਸ਼ਲੀ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਜੀ ਸਨ। ਸੰਤ ਫਤਿਹ ਸਿੰਘ ਦੀ ਰਿਹਾਇਸ਼ ਸਰਾਂ ਗੁਰੂ ਰਾਮਦਾਸ ਸਰਾਂ 'ਚ ਹੁੰਦੀ ਸੀ, ਤੇ ਉੱਥੇ ਦੋਨੋਂ ਹੀ ਸੰਤ ਜੀ ਬੈਠੇ ਹੋਏ ਸੀ, ਸੰਤ ਫਤਿਹ ਸਿੰਘ ਮੰਜੇ ਤੇ, ਸੰਤ ਚਰਨ ਸਿੰਘ ਜੀ ਕੁਰਸੀ ਤੇ ਮੈਂ ਲਾਗੇ ਫਿਰ ਰਿਹਾ ਸੀ। ਤੇ ਉਸ ਵੇਲੇ ਦੋਨਾਂ ਸੰਤ ਜੀ ਦਾ ਵਿਚਾਰ ਸੀ ਵੀ ਗੁਰਨਾਮ ਸਿੰਘ ਨੇ ਲੀਡਰਸ਼ਿਪ ਦੇ ਨਾਲ, ਪਾਰਟੀ ਹਾਈ ਕਮਾਂਡ ਦੇ ਨਾਲ ਵਿਚਾਰ ਵਟਾਂਦਰਾ ਕੀਤਿਆਂ ਤੋਂ ਬਿਨਾਂ ਹੀ ਆਪਣੇ ਤੌਰ ਤੇ ਜਾ ਕੇ ਇੰਦਰਾ ਨੂੰ ਜਿਹੜੀ ਬਿਨਾਂ ਸ਼ਰਤ ਹਮਾਇਤ ਦੇ ਦਿੱਤੀ ਆ, ਇਹ ਇਹਨੇ ਗਲਤ ਕੀਤਾ ਹੈ। ਕਿਉਂਕਿ ਸ਼ਾਇਦ ਹਮਾਇਤ ਦੇਣ ਤੋਂ ਪਹਿਲਾਂ ਅਸੀਂ ਕੋਈ ਨਾ ਕੁਝ ਇੰਦਰਾ ਗਾਂਧੀ ਤੋਂ ਮਨਾਉਂਦੇ, ਕੋਈ ਪੰਜਾਬੀ ਆਪਣਾ ਚੰਡੀਗੜ੍ਹ ਦਾ ਮਸਲਾ ਕੋਈ ਹੱਲ ਕਰਦਾ ਹੈ, ਕੋਈ ਗੁਆਂਢੀ ਸੂਬਿਆਂ 'ਚ ਪੰਜਾਬੀ ਬੋਲੀ ਦਾ ਮਸਲਾ ਹੁੰਦਾ, ਤੇ ਬਿਨਾਂ ਸ਼ਰਤ ਦੇ ਆਇਆ। ਪਰ ਹੁਣ ਉਹ ਫੈਸਲਾ ਕਰ ਆਇਆ, ਦੇ ਆਇਆ, ਹੁਣ ਸਾਨੂੰ ਕਰਨਾ ਹੀ ਪੈਣਾ। ਤੇ ਉਸ ਇਹ ਲੜਾਈ ਦੇ ਵਿੱਚ ਰਾਸ਼ਟਰਪਤੀ ਦੀ ਜੇ ਰਾਸ਼ਟਰਪਤੀ ਨੀਲਮ ਸੰਜੀਵਾ ਬਣ ਜਾਂਦਾ ਤੇ ਇਹਨੂੰ ਇੰਦਰਾ ਨੂੰ ਕੰਨੋਂ ਫੜ ਕੇ ਬਾਹਰ ਕੱਢ ਦੇਣਾ ਸੀ।
पर नीलम संजीवा रेड्डी कांग्रेस का ऑफिशियल कैंडीडेट हार गया। इंदिरा का कैंडीडेट भी आजाद वी गिरी जित के राष्ट्रपति बन गया। हुण इहनूं प्रधान मंत्री नूं राष्ट्रपति का भी कोई खतरा ना रहा। उस तो बाद ही इन्हें हौली हौली कॉन्स्टिट्यूशन अमेंडमेंटां कर करके राष्ट्रपति दीयां पावरां घटाइयां ने। स्पोक्समैन अखबार के एडिटर जोगिंदर सिंह ने लिखिया भी जे अकालियां दीयां वोटां इंदिरा के कैंडीडेट ना पैंदियां ते हर जाना सी, पर मैनूं ये यकीन नहीं हैगा भी अकालियां दीयां इन्नियां वोटां सीगियां। चलो रहो विचार, इंदिरा गांधी जित गई ते चंगे पंजाब दे नाल उहदा चंगा संबंध सी। फिर गुरनाम सिंह ने भी गदारी की, उन्होंने पार्टी चों कढ़िया ते बादल साहब बने चीफ मिनिस्टर। फिर गुरु नानक यूनीवर्सिटी के मसले ते जिहड़ा सी जनसंघी 8 MLA छड्ड गए, सरकार मिनारटी च रह गई। फिर भी इंदिरा नूं संत चंद सहरा ने मिल के मना लिया भी कांग्रेस जिहड़ी सी वो न्यूट्रल रह गई ते सरकार बच गई। फिर इंदिरा ने अपना 71 दे मिड दे विच वो तोड़ दी अपना बादल साहब की सरकार। मुड़ के 72 दे विच बन गई, जैल सिंह चीफ मिनिस्टर बन गया, कांग्रेस की सरकार बन गई। इथों तक गल तां ठीक रही चलदी। फिर जदों 75 दे विच एजीटेशन जय प्रकाश नारायण की अगवाई हेठां हुई है, बड़ी गर्म, अकाली दल ने भी ਉਹਦਾ ਸਾਥ ਦਿੱਤਾ। ਉਹਦੇ ਵਿੱਚ ਸੁਣਿਆ ਸੀ, ਮੈਂ ਤਾਂ ਬਾਹਰ ਸੀ, ਮੈਂ ਉਦੋਂ ਅਫਰੀਕਾ ਵਿੱਚ ਸੀ ਜਿੱਥੇ ਕੋਈ ਉਸ ਵੇਲੇ ਜਾਂਦਾ ਨਹੀਂ ਸੀ, ਨਾ ਕੋਈ ਰੇਡੀਓ, ਨਾ ਅਖਬਾਰ, ਨਾ ਟੀਵੀ ਦਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ। ਪਰ ਬਾਅਦ ਦੇ ਵਿੱਚ ਅੰਗਲੀ ਸੰਗਲੀ ਜੁੜ ਜਾਂਦੀ ਰਹੀ। ਬਾਅਦ ਉਸ ਐਜੀਟੇਸ਼ਨ ਦੇ ਵਿੱਚ ਆਪਣੀਆਂ ਬਾਦਲ ਸਾਹਿਬ ਦੀਆਂ ਡਾਂਗਾਂ ਮਾਰ ਕੇ ਬਾਹਾਂ ਹੀ ਭੰਨ ਦਿੱਤੀਆਂ ਗਈਆਂ ਸੀ, ਮੈਂ ਇਹ ਸੁਣਿਆ। ਤੇ ਕਿੱਥੋਂ ਤੱਕ ਸੱਚਾਈ ਹੈ ਇਹ ਲੋਕੀ ਜਾਣਦੇ ਹੋਣਗੇ। ਤੇ 25 ਜੂਨ 1975 ਨੂੰ ਮੈਂ ਉਦੋਂ ਮਲਾਵੀ ਵਿੱਚ ਸੀਗਾ। ਅੰਦਰ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਤੀ। ਸਾਰੇ ਹੀ ਪਾਰਟੀਆਂ ਦੇ ਹਿੰਦੂ, ਮੁਸਲਮਾਨ, ਕ੍ਰਿਸਚੀਅਨ ਲੀਡਰ ਜਿਹੜੇ ਸੀ ਫੜ ਕੇ, ਵਰਕਰ ਮੁਖੀ ਵਰਕਰ ਲੀਡਰ ਫੜ ਕੇ ਜੇਲ੍ਹਾਂ 'ਚ ਤੁੰਨ ਦਿੱਤੇ। ਅਕਾਲੀ ਇੱਕ ਨਹੀਂ ਫੜਿਆ, ਅਕਾਲੀ ਕੋਈ ਨਹੀਂ ਫੜਿਆ। ਪਰ ਨਾਲ ਆਪਣੇ ਵੱਡੇ ਪੁੱਤਰ ਸੰਜੇ ਗਾਂਧੀ ਦੀ ਡਿਊਟੀ ਲਾਤੀ ਵੀ ਤੂੰ ਅਕਾਲੀਆਂ ਨਾਲ ਗੱਲ ਕਰ। ਸੰਜੇ ਗਾਂਧੀ ਨੇ ਇੱਥੋਂ ਤੱਕ ਕਿਹਾ, ਆਪਾਂ ਉੱਥੇ ਗੱਲ ਤੇ ਆਉਣ ਲੱਗੇ ਆ ਵੀ ਇੰਦਰਾ ਕਿਉਂ ਗੁੱਸੇ ਹੋਈ ਫਿਰ ਅਕਾਲੀਆਂ ਨਾਲ। ਉਹ ਇੱਥੋਂ ਤੱਕ ਵੀ ਕਿ ਆਓ ਮਿਲ ਕੇ ਚੱਲੀਏ, ਪੰਜਾਬ ਵਿੱਚ ਤੁਸੀਂ ਵੱਡੇ ਭਰਾ, ਅਸੀਂ ਛੋਟੇ, ਹਿੰਦੁਸਤਾਨ ਦੇ ਵਿੱਚ ਅਸੀਂ ਵੱਡੇ ਭਰਾ, ਤੁਸੀਂ ਛੋਟੇ ਭਰਾ। ਆਓ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹ ਸਾਨੂੰ ਦੱਸੋ। ਚੰਡੀਗੜ੍ਹ ਵੀ ਪੰਜਾਬ ਨੂੰ ਦੇ ਦਿੰਨੇ ਆ, ਪੰਜਾਬੀ ਬੋਲਦੇ ਇਲਾਕਿਆਂ ਦੀ ਵੀ ਗੱਲ ਕਰ ਲੈਨੇ ਆ। ਦਿੱਲੀ, ਹਿਮਾਚਲ, ਹਰਿਆਣੇ ਦੇ ਵਿੱਚ ਦੂਜੀ ਭਾਸ਼ਾ ਪੰਜਾਬੀ ਵੀ ਅਸੀਂ ਲਾਗੂ ਕਰ ਦਿੰਨੇ ਆ। ਸਾਡੇ ਨਾਲ ਮਿਲ ਕੇ ਚੱਲੋ। ਇਹਨਾਂ ਗਦਾਰਾਂ ਦੇ ਨਾਲ ਇਹਨਾਂ ਨੇ ਤੁਹਾਡਾ ਸਾਥ ਨਹੀਂ ਦੇਣਾ, ਇਹਨਾਂ ਨੂੰ ਛੱਡੋ, ਤੁਸੀਂ ਸਾਡੇ ਨਾਲ ਰਲੋ। ਪਰ ਕਿਉਂਕਿ ਸਾਡਾ ਇਤਿਹਾਸ ਆ ਕਿ ਮਜ਼ਲੂਮ ਦੇ ਨਾਲ ਆਪਾ ਵਾਰ ਦੇਣਾ, ਆਪਣੀਆਂ ਕੁਰਬਾਨੀਆਂ ਕਰ ਦੇਣੀਆਂ। ਉਧਰੋਂ ਜੇਲ੍ਹ ਦੇ ਵਿੱਚੋਂ ਉਸ ਵੇਲੇ ਉੱਤਰੀ ਹਿੰਦੁਸਤਾਨ ਦੇ ਜਨਸੰਘ ਦਾ ਸਭ ਤੋਂ ਵੱਡਾ ਲੀਡਰ ਹੁੰਦਾ ਸੀਗਾ ਵੀਰ ਜਗਦੱਤ ਸ਼ਰਮਾ। ਉਹਦੀ ਚਿੱਠੀ ਆਈ ਟੌੜਾ ਸਾਹਿਬ ਨੂੰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ, ਵੀ ਸਾਨੂੰ ਇਹ ਮਾਰ ਦੋਗੀ, ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਵਾਂਗ ਬਾੜੋ। ਵੀ ਅਕਾਲੀ ਦਲ ਨੇ ਫੈਸਲਾ ਕਰਕੇ ਪਾਰਟੀ ਦੇ ਵਰਕਿੰਗ ਕਮੇਟੀ 'ਚ ਤੇ ਇਹਨਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਤਾ। ਮੁੱਖੀ ਲੀਡਰਸ਼ਿਪ ਬਾਦਲ ਸਾਹਿਬ, ਟੌੜਾ ਸਾਹਿਬ, ਬਰਨਾਲਾ ਸਾਹਿਬ, ਬਸੰਤ ਸਿੰਘ ਖਾਲਸਾ, ਜਗਦੇਵ ਸਿੰਘ ਤਲਵੰਡੀ, ਮਹਿੰਦਰ ਸਿੰਘ ਸਾਈਆਂ ਵਾਲਾ, ਜਿਹੜੇ ਮੁੱਖੀ ਲੀਡਰ ਸੀ, ਇਹ ਪਹਿਲੇ ਹੀ ਜਥੇ ਦੇ ਵਿੱਚ ਜੇਲ੍ਹ ਵਿੱਚ ਜਾ ਬੈਠੇ। ਟੌੜਾ ਸਾਹਿਬ ਅੰਦਰੋਂ ਮੋਰਚੇ ਦੇ ਹੱਕ 'ਚ ਨਹੀਂ ਸੀ, ਉਹ ਸਮਝੌਤੇ ਤੇ ਹੱਕ ਸੀ, ਪਰ ਮੈਜੋਰਟੀ ਦੂਜੇ ਪਾਸੇ ਸੀ। ਤੇ 19 ਮਹੀਨੇ ਇਹ ਮੋਰਚਾ ਮੰਜੀ ਸਾਹਿਬ ਤੋਂ ਚੱਲਦਾ ਰਿਹਾ। ਪਹਿਲਾਂ ਮੋਰਚਾ ਸ਼ੁਰੂ ਹੋਇਆ ਸੀ ਜਥੇਦਾਰ ਮੋਹਨ ਸਿੰਘ ਤੁੜ ਦੀ ਅਗਵਾਈ ਹੇਠਾਂ। ਫਿਰ ਕੁਝ ਮਤਭੇਦ ਹੋ ਲੋ ਜਾਂ ਸਮੇਂ ਤੁੜ ਸਾਹਿਬ ਜਥਾ ਲੈ ਕੇ ਜੇਲ੍ਹ ਚਲੇ ਗਏ। ਹਰਚੰਦ ਸਿੰਘ ਲੌਂਗੋਵਾਲ ਜਿਹੜਾ ਸੀ ਉਹਦੀ ਅਗਵਾਈ ਹੇਠਾਂ ਇਹ ਉਹਨਾਂ ਚਿਰ ਮੋਰਚਾ ਚੱਲਦਾ ਰਿਹਾ ਜਿੰਨਾ ਚਿਰ ਇੰਦਰਾ ਗਾਂਧੀ ਨੇ ਐਮਰਜੈਂਸੀ ਚੁੱਕ ਕੇ ਤੇ ਇਲੈਕਸ਼ਨ ਦਾ ਅਨਾਉਂਸ ਨਹੀਂ ਕਰ ਦਿੱਤਾ।
ਤੇ ਉਹ ਜਦੋਂ ਐਮਰਜੈਂਸੀ ਚੁੱਕੀ ਮੋਰਚਾ ਤੇ ਸਫਲਤਾ ਹੋਈ ਅਕਾਲੀਆਂ ਦੀ। ਅੱਜ ਕਿਸੇ ਵੀ ਸਮਾਗਮ ਦੇ ਵਿੱਚ ਕਿਸੇ ਵੀ ਜ਼ਿਕਰ ਨਹੀਂ ਆਉਂਦਾ ਕਿ ਅਕਾਲੀਆਂ ਦਾ ਮੋਰਚਾ ਸੀ, ਉਹਦੇ ਕਰਕੇ ਐਮਰਜੈਂਸੀ ਟੁੱਟੀ ਸੀ। ਤੇ ਅਕਾਲੀ ਲੀਡਰ ਵੀ ਤੇ ਹਿੰਦੂ ਲੀਡਰ ਵੀ ਸਾਰੇ ਤਿਹਾੜ ਜੇਲ੍ਹ ਵਿੱਚ ਬੰਦ ਸਨ। ਉੱਥੇ ਸਰਦਾਰ ਆਤਮਾ ਸਿੰਘ ਨੇ ਇਹਨਾਂ ਨੂੰ ਸਾਰਿਆਂ ਨੂੰ ਪ੍ਰੇਰ ਕੇ ਸਾਰੀਆਂ ਪਾਰਟੀਆਂ ਮਰਜ ਕਰਕੇ ਜਨਤਾ ਪਾਰਟੀ ਨਾਂ ਤੇ ਪਾਰਟੀ ਬਣਾ ਕੇ ਇਲੈਕਸ਼ਨ ਲੜੀ 77 ਦੀ। ਅਕਾਲੀਆਂ ਨੇ ਮੋਹਰਾ ਹਿੱਸਾ ਪਾਇਆ, ਪੈਸੇ ਵੀ ਪਾਏ, ਵਰਕਰ ਵੀ ਪਾਏ। ਜਿੰਨੇ ਅਕਾਲੀਆਂ ਨੂੰ 100% ਜਿੱਤ ਹੋਈ, ਜਨਤਾ ਪਾਰਟੀ ਜਿੱਤ ਹੋਈ। ਮਾਂ ਪੁੱਤ ਦੋਵੇਂ ਹੀ ਪਾਰਲੀਮੈਂਟ ਦੇ ਮੈਂਬਰ ਵੀ ਨਹੀਂ ਬਣ ਸਕੇ ਤੇ ਜਨਤਾ ਪਾਰਟੀ ਦੀ ਸਰਕਾਰ ਬਣੀ। ਇੰਦਰਾ ਗਾਂਧੀ ਉਥੋਂ ਗੁੱਸਾ ਖਾ ਗਈ ਤੇ ਅਕਾਲੀਆਂ ਨੂੰ ਸਬਕ ਸਿਖਾਉਣ ਦਾ ਉਸਨੇ ਮਨ ਦੇ ਵਿੱਚ ਗੁੱਸਾ ਪੈਦਾ ਕਰ ਲਿਆ। ਉਹ 2.5 ਸਾਲ ਚੂੰ ਚੂੰ ਦਾ ਮੁਰੱਬਾ ਜਨਤਾ ਪਾਰਟੀ ਦੀ ਸਰਕਾਰ ਚੱਲੀ। ਮੁੜ ਕੇ ਇੰਦਰਾ ਨੇ ਚੌਧਰੀ ਚਰਨ ਸਿੰਘ ਨੂੰ ਮੂਹਰੇ ਲਾ ਕੇ 6 ਮਹੀਨੇ ਉਹਦੀ ਸਰਕਾਰ ਚਲਵਾ ਕੇ ਤੁੜਵਾ ਕੇ ਤੇ ਮੁੜ ਕੇ ਇਲੈਕਸ਼ਨ ਕਰਕੇ 80 ਦੇ ਵਿੱਚ ਫੇਰ ਆ ਗਈ। ਤੇ ਫੇਰ ਉਹਨੇ ਅਕਾਲੀਆਂ ਦਾ ਜਿਹੜਾ ਸੀ ਮੱਕੂ ਠੱਪਣ ਦਾ ਯਤਨ ਕੀਤਾ। ਸਰਦਾਰ ਸਵਰਨ ਸਿੰਘ ਦੇ ਸ਼ਬਦਾਂ ਦੇ ਵਿੱਚ ਤੇ ਬੀਬੀ ਅਕਾਲੀਆਂ ਨੂੰ ਸਬਕ ਸਿਖਾਉਣ ਵਾਸਤੇ ਤੁਰੀ ਸੀ, ਪਰ ਅਕਾਲੀਆਂ ਨੇ ਸਬਕ ਨਹੀਂ ਸਿੱਖਿਆ, ਸਿੱਖ ਕੌਮ ਨੇ ਸਬਕ ਸਿੱਖ ਲਿਆ। ਜੇ ਸਰਦਾਰ ਸਵਰਨ ਸਿੰਘ ਵਰਗਾ ਇਹ ਨਹਿਰੂ ਫੈਮਿਲੀ ਦਾ ਇੰਨਾ ਗੰਭੀਰ ਤੇ ਵਫਾਦਾਰ ਬੰਦਾ ਇਹ ਕਹਿ ਸਕਦਾ ਹੈ, ਇਹਦੇ ਵਿੱਚ ਸਾਰਾ ਕੁਝ ਹੀ ਆ ਸਕਦਾ ਹੈ। ਉਸਨੇ ਪਰ 5 ਸਿੱਖਾਂ ਨੇ ਇਹਦੇ ਦੌਰਾਨ ਉਹਦਾ ਇੰਦਰਾ ਦਾ ਸਾਥ ਦਿੱਤਾ ਸੀਗਾ। 5 ਕਾਂਗਰਸੀ ਸਿੱਖਾਂ ਨੇ। ਉਹ ਸੀਗਾ ਆਪਣਾ ਗਿਆਨੀ ਜ਼ੈਲ ਸਿੰਘ, ਕਿਉਂਕਿ ਸਵਰਨ ਸਿੰਘ ਵਗੈਰਾ ਤੇ ਗੁਰਦਿਆਲ ਸਿੰਘ ਢਿੱਲੋਂ ਵਗੈਰਾ ਇਹ ਐਮਰਜੈਂਸੀ ਦੇ ਦੌਰਾਨ ਪਿੱਛੇ ਪੈ ਗਏ ਰਹਿ ਗਏ। ਤੇ ਗਿਆਨੀ ਜ਼ੈਲ ਸਿੰਘ, ਸਰਦਾਰ ਖੁਸ਼ਵੰਤ ਸਿੰਘ, ਦਰਬਾਰਾ ਸਿੰਘ, ਦਿੱਲੀ ਵਾਲਾ ਜਹੇਦਾਰ ਸੰਤੋਖ ਸਿੰਘ ਐਮਰਜੈਂਸੀ ਦੌਰਾਨ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ ਸੀ, ਤੇ ਸਰਦਾਰ ਬੂਟਾ ਸਿੰਘ। ਇਹਨਾਂ ਨੇ ਇੰਦਰਾ ਗਾਂਧੀ ਦੇ ਆਪਣਾ ਬਿਪਤਾ ਵਾਲੇ ਦਿਨਾਂ ਦੇ ਵਿੱਚ ਵੀ ਉਹਦਾ ਸਾਥ ਨਹੀਂ ਛੱਡਿਆ। ਫਿਰ ਉਹਨੇ ਦੁਬਾਰਾ ਪਾਵਰ ਵਿੱਚ ਆਣ ਕੇ ਇਹਨਾਂ ਨੂੰ, ਮੈਂ ਇੱਕ ਲੇਖ ਵੀ ਲਿਖਿਆ 5 ਸਿੱਖਾਂ ਦਾ ਸਨਮਾਨ, ਉਹਨਾਂ ਨੂੰ ਸਿੱਖ ਕਰਕੇ ਨਹੀਂ ਆਪਣੇ ਵਫਾਦਾਰ ਹੋਣ ਕਰਕੇ ਉਹਨੇ ਕੀਤਾ ਸਨਮਾਨ। ਤੇ ਇਹਨਾਂ ਗਿਆਨੀ ਜ਼ੈਲ ਸਿੰਘ ਨੂੰ ਹੋਮ ਮਿਨਿਸਟਰ ਬਣਾਇਆ, ਫਿਰ ਬਾਅਦ ਚ ਰਾਸ਼ਟਰਪਤੀ ਬਣਾਇਆ। ਸਰਕਾਰ ਅਕਾਲੀ ਤੇ ਜਨਤਾ ਪਾਰਟੀ ਦੀ ਪੰਜਾਬ ਚੋਂ ਤੋੜ ਕੇ ਤੇ ਮੈਜੋਰਟੀ ਹੋਣ ਦੇ ਬਾਵਜੂਦ ਵੀ ਧਾਰਾ 356 ਵਰਤ ਕੇ ਤੋੜ ਕੇ ਇਲੈਕਸ਼ਨ ਕਰਵਾ ਕੇ ਦਰਬਾਰਾ ਸਿੰਘ ਨੂੰ ਚੀਫ ਮਿਨਿਸਟਰ ਬਣਾਇਆ, ਬੂਟਾ ਸਿੰਘ ਨੂੰ ਰੇਲਵੇ ਮਿਨਿਸਟਰ ਬਣਾਇਆ। ਜਿਹੜਾ ਖੁਸ਼ਵੰਤ ਸਿੰਘ ਸੀ ਉਹਨੂੰ ਰਾਜ ਸਭਾ ਦਾ ਮੈਂਬਰ ਬਣਾ ਕੇ ਨਾਲ ਲਾਲਚ ਦਿੱਤਾ ਵੀ ਤੈਨੂੰ ਆਪਣਾ ਇਨਫੋਰਮੇਸ਼ਨ ਮਿਨਿਸਟਰ ਬਣਾਵਾਂਗੇ। ਤੇ ਬਾਕੀ ਰਹਿ ਗਿਆ ਜਹੇਦਾਰ ਸੰਤੋਖ ਸਿੰਘ। ਜਹੇਦਾਰ ਸੰਤੋਖ ਸਿੰਘ ਨੂੰ ਦਿੱਲੀ ਗੁਰਦੁਆਰਾ ਕਮੇਟੀ ਦਾ ਅਹੁਦੇਦਾਰ ਬਣ ਤੋਂ ਰੋਕਣ ਲਈ ਇੰਦਰਾ ਗਾਂਧੀ ਨੇ ਦਿੱਲੀ ਗੁਰਦੁਆਰਾ ਕਾਂਸਟੀਟਿਊਸ਼ਨ ਐਕਟ ਦੇ ਵਿੱਚ ਇੱਕ ਮੱਦ ਰਖਵਾਈ ਸੀ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਮੈਂਬਰ ਉਹ ਬਣ ਅਹੁਦੇਦਾਰ ਉਹ ਬਣ ਸਕਦਾ ਆ ਜਿਹੜਾ ਜਾਂ ਗਿਆਨੀ ਪਾਸ ਹੋਵੇ ਜਾਂ 10ਵੀਂ ਪਾਸ ਹੋਵੇ ਜਾਂ ਹਾਇਰ ਸੈਕੰਡਰੀ ਦਾ 10ਵੀਂ ਪਾਸ ਹੋਵੇ। ਤੇ ਜਹੇਦਾਰ ਜੀ ਮੇਰੇ ਵਾਂਗੂ ਟੋਟਲ ਅਨਪੜ੍ਹ ਸਨ ਤੇ ਉਹ ਗ੍ਰੈਜੂਏਟ ਨਹੀਂ ਸਨ, ਉਹ ਗ੍ਰੈਜੂਏਟ ਸਨ। ਉਹ ਤਾਕਤ ਦੇ ਨਾਲ ਜਿਹੜਾ ਸੀ ਤਾਕਤ ਪੋਲੀਟੀਕਲ ਤਾਕਤ ਦੇ ਵਿੱਚ ਰਹਿੰਦੇ ਸਨ ਤੇ ਉਹਨੂੰ ਸਿਰਫ ਰੋਕਣ ਵਾਸਤੇ ਇਹ ਮੱਦ ਰਖਵਾਈ ਸੀ। ਫਿਰ ਉਹਨੇ ਪ੍ਰਧਾਨ ਮੰਤਰੀ ਬਣ ਕੇ ਆਰਡੀਨੈਂਸ ਉਚੇਚਾ ਰਾਸ਼ਟਰਪਤੀ ਤੋਂ ਪ੍ਰਵਾਨ ਕਰਵਾ ਕੇ ਉਹ ਕਾਂਸਟੀਟਿਊਸ਼ਨ ਦੇ ਵਿੱਚੋਂ ਗੁਰਦੁਆਰਾ ਐਕਟ ਦੇ ਵਿੱਚੋਂ ਉਹ ਮੱਦ ਰਿਮੂਵ ਕਰਵਾ ਕੇ ਗੁਰਦੁਆਰਾ ਕਮੇਟੀ ਦਿੱਲੀ ਦੀ ਇਲੈਕਸ਼ਨ ਕਰਵਾ ਕੇ ਜਹੇਦਾਰ ਸੰਤੋਖ ਸਿੰਘ ਨੂੰ ਪ੍ਰਧਾਨ ਬਣਾ ਕੇ ਇਨਾਮ ਦਿੱਤਾ। ਤੇ ਫਿਰ ਇਹ ਚੱਲ ਰਿਹਾ ਸੀ ਕਿਉਂਕਿ ਅਕਾਲੀ ਮੋਰਚਾ ਲਾਉਂਦੇ ਰਹੇ ਆ, ਸਿੱਖ ਅੰਗਰੇਜ਼ਾਂ ਦੇ ਖਿਲਾਫ ਵੀ ਲੱਗਦੇ ਰਹੇ ਆ, ਮੁਗਲਾਂ ਦੇ ਖਿਲਾਫ ਵੀ ਲੱਗਦੇ ਰਹੇ ਆ, 47 ਤੋਂ ਲੈ ਕੇ ਕਾਂਗਰਸ ਦੇ ਖਿਲਾਫ ਵੀ ਲੱਗਦੇ ਰਹੇ ਆ। ਇਹ ਸ਼ਾਂਤਮਈ ਮੋਰਚੇ, ਕੋਈ ਅਲੋਕਾਰ ਗੱਲ ਨਹੀਂ ਸੀ। ਇਹਨਾਂ ਦੇ ਵਿੱਚ ਜਿਹੜੀ ਹਿੰਸਾ ਵਾੜੀ ਗਈ ਸਰਕਾਰ ਵੱਲੋਂ ਜਾਣ ਬੁੱਝ ਕੇ ਸਿੱਖ ਭੇਸ ਦੇ ਵਿੱਚ ਸਰਕਾਰੀ ਏਜੰਟਾਂ ਨੇ ਹਿੰਦੂਆਂ ਨੂੰ ਬੱਸਾਂ ਚੋਂ ਫੜ ਕੇ ਕਤਲ ਕੀਤਾ, ਹਿੰਦੂ ਸਿੱਖ ਵਿਤਕਰਾ ਪੈਦਾ ਕੀਤਾ। ਇਹ ਸਿੱਖਾਂ ਦੇ ਖਿਲਾਫ ਇੰਨਾ ਕੁਝ ਕੀਤਾ ਤੇ ਇਹ ਸਿੱਖ ਸਿਰਫ ਅਕਾਲੀਆਂ ਦਾ ਲੱਕ ਤੋੜਨ ਵਾਸਤੇ ਇਹ ਏਡੇ ਵੱਡੀ ਬਲੰਡਰ, ਏਡਾ ਵੱਡਾ ਘਾਤਕ ਕਦਮ ਇੰਦਰਾ ਨੇ ਚੁੱਕਿਆ।
ਉਹਨੂੰ ਆਪਣੀ ਜਾਨ ਨਾਲ ਵੀ ਕੀਮਤ ਦੇਣੀ ਪਈ। ਸਿੱਖਾਂ ਨੂੰ ਅੱਜ ਬੜੀ ਸ਼ਰਮ ਆਉਂਦੀ ਹੈ ਕਿ ਅੱਜ ਵੀ ਸਿੱਖ ਕਾਂਗਰਸ ਦੇ ਵਿੱਚ ਕੋਈ ਬੈਠੇ ਹੋਏ ਨੇ ਔਰ ਕਾਂਗਰਸ ਦੀ ਪਾਰਟੀ ਲੜ ਕੇ ਸਰਕਾਰ ਬਣਾਉਂਦੇ ਨੇ, ਕਾਂਗਰਸ ਨੂੰ ਵੋਟਾਂ ਪਾਉਂਦੇ ਨੇ। ਬੜੀ ਹੈਰਾਨੀ ਵਾਲੀ ਗੱਲ ਆ। ਸੋ ਮੇਰਾ ਮਤਲਬ ਇਹ ਆ ਕਿ ਇਹ 80 ਦੇ ਵਿੱਚ ਆ ਕੇ ਦੁਬਾਰਾ ਪਾਵਰ ਦੇ ਵਿੱਚ ਗੁੱਸਾ ਖਾ ਕੇ ਵੀ ਇੰਦਰਾ ਜਿਹੜੀ ਸੀ ਆਪਣੇ ਅਸਲੀ ਰੂਪ ਦੇ ਵਿੱਚ ਆ ਗਈ। ਫੌਜੀ ਜਰਨੈਲਾਂ ਦੇ ਕਹਿਣ ਦੇ ਰਾਇਆਂ ਦੇਣ ਦੇ ਬਾਵਜੂਦ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਕੋਈ ਲੋੜ ਨਹੀਂ, ਜੇ ਜਰਨੈਲ ਸਿੰਘ ਦੀ ਕੋਈ ਸਮੱਸਿਆ ਤੇ ਅਸੀਂ ਬਿਨਾਂ ਹਮਲੇ ਤੋਂ ਫੜ ਕੇ ਲਿਆ ਸਕਦੇ ਹਾਂ। ਤੇ ਜਰਨੈਲ ਸਿੰਘ ਦਾ ਕਸੂਰ ਕੀ ਸੀ? ਕਿਸੇ ਥਾਣੇ ਦੇ ਵਿੱਚ FIR ਦਰਜ ਨਹੀਂ, ਕਿਸੇ ਕੋਰਟ ਦੇ ਵਿੱਚੋਂ ਕਚਹਿਰੀ ਦੇ ਵਿੱਚੋਂ ਉਹਦੇ ਕੋਈ ਵਾਰੰਟ ਨਹੀਂ ਨਿਕਲੇ, ਉਹਦਾ ਕੋਈ ਗੁਨਾਹ ਨਹੀਂ। ਤੇ ਬਾਕੀ ਦੇ 40-38 ਗੁਰਦੁਆਰਿਆਂ ਦੇ ਵਿੱਚ ਕਿਹੜੇ ਜਰਨੈਲ ਸਿੰਘ ਬੈਠੇ ਹੋਏ ਸੀ? ਇਹ ਇੰਦਰਾ ਗਾਂਧੀ ਨੇ ਕਰਨਾ ਹੀ ਕਰਨਾ ਸੀ। ਹੈਲ ਬੈਂਟ ਸੀ ਉਹਨੇ, ਚਾਹੇ ਜਰਨੈਲ ਸਿੰਘ ਹੁੰਦਾ, ਚਾਹੇ ਉੱਥੇ ਕਰਨੈਲ ਸਿੰਘ ਹੁੰਦਾ, ਚਾਹੇ ਕੋਈ ਵੀ ਨਾ ਹੁੰਦਾ, ਇੰਦਰਾ ਗਾਂਧੀ ਨੇ ਕੁਝ ਗਲਤੀ ਕਰਨੀ ਸੀ। ਉਹ ਤੋਂ ਕਰਾਉਣ ਵਾਲੇ ਸਲਾਹਕਾਰ ਕੌਣ ਨੇ? ਅਜੇ ਆਪ ਤਾਂ ਮਰ ਗਈ, ਨਰਕ ਨਿਵਾਸੀ ਹੋ ਗਈ, ਉਹ ਅਜੇ ਵੀ ਜਿਉਂਦੇ ਨੇ। ਸਰ ਤਰਲੋਚਨ ਸਿੰਘ ਅੰਦਰ ਦੀਆਂ ਗੱਲਾਂ ਨੂੰ ਬਹੁਤ ਜਾਣਦੇ ਨੇ, ਜਿਹੜੇ ਮਾਈਨੋਰਟੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਨੇ ਤੇ ਉਸ ਵੇਲੇ ਰਾਸ਼ਟਰਪਤੀ ਗਿਆਨੀ ਜ਼ੈਲ ਸਿਰਾਂ ਦੇ ਉਹ ਪ੍ਰੈਸ ਸੈਕਟਰੀ ਸਨ। ਉਹਨਾਂ ਨੇ ਇੱਕ ਵਾਰੀ ਲੇਖ ਲਿਖਿਆ ਸੀ ਕਿ ਇੰਦਰਾ ਗਾਂਧੀ ਨੂੰ ਇਹ ਪੁੱਠੀ ਮੱਤ ਦੇਣ ਵਾਲੇ ਅਫਸਰ ਅਜੇ ਵੀ ਹੈਗੇ ਨੇ, ਉਹ ਪ੍ਰਗਟ ਨਹੀਂ ਹੋ ਰਹੇ। ਤੇ ਮੈਂ ਬੇਨਤੀ ਕੀਤੀ ਸੀ ਕਿ ਭਾਈ ਤੁਹਾਡੇ ਨਾਲੋਂ ਵੱਧ ਕੌਣ ਜਾਣਦਾ, ਤੁਸੀਂ ਹੁਣ ਪ੍ਰਗਟ ਕਰੋ, ਜੇ ਨਹੀਂ ਹੋਰ ਕੋਈ ਪ੍ਰਗਟ ਕਰਨ ਦਾ ਯਤਨ ਕਰਦਾ ਤੇ। ਸੋ ਇਹ ਲਈ ਇੰਦਰਾ ਗਾਂਧੀ ਅਸਲੀ ਰੂਪ ਦੇ ਵਿੱਚ ਆਈ, ਆਪ ਵੀ ਮਰ ਗਈ, ਹਿੰਦੁਸਤਾਨ ਨੂੰ ਵੀ ਕਮਜ਼ੋਰ ਕਰ ਗਈ। ਸਿੱਖਾਂ ਦੀ ਵੀ ਮੈਜੋਰਟੀ ਜਿਹੜੀ ਸੀ ਹਿੰਦੁਸਤਾਨ ਨਾਲੋਂ ਵਫਾਦਾਰੀ ਜਿਹੜੀ ਹੈ ਉਹ ਸ਼ੱਕੀ ਹੋ ਗਈ। ਤੇ ਇਹ ਉਹਦੀ ਜਿਹੜੀ ਹੈ ਸੋਨੀਆ ਗਾਂਧੀ ਜਿਹੜੀ ਹੈ, ਇਹਨੇ ਸਰਦਾਰ ਮਨਮੋਹਨ ਸਿੰਘ ਨੂੰ ਆਪ ਸੁਪਰ ਪ੍ਰਾਈਮ ਮਿਨਿਸਟਰ ਬਣ ਕੇ ਉਹਨੂੰ ਰਿਮੋਟ ਕੰਟਰੋਲ ਵਾਲਾ ਪ੍ਰਾਈਮ ਮਿਨਿਸਟਰ ਬਣਾ ਕੇ ਸਿੱਖਾਂ ਦੀ ਹਿੱਕ ਦੇ ਵਿੱਚ ਇਉਂ ਸਮਝੇ ਦੁਸ਼ਮਣ ਦੀ ਹਿੱਕ ਵਿੱਚ ਸੱਪ ਮਾਰੋ ਵੀ ਸਿੱਖ ਨਾ ਉਹ ਖਾਣ ਜੋਗਾ ਨਾ ਉਹ ਛੱਡਣ ਜੋਗਾ, ਸੱਪ ਦੇ ਮੂੰਹ ਕੋੜ ਕਿਰਲੀ, ਨਾ ਉਹ ਖਾਣ ਜੋਗਾ ਨਾ ਛੱਡਣ ਜੋਗਾ। ਹੁਣ ਸਿੱਖ ਪ੍ਰਾਈਮ ਮਿਨਿਸਟਰ ਬਣਦਾ ਆ ਤੇ ਸਿੱਖ ਉਹਦੇ ਵਾਸਤੇ ਵੋਟ ਨਾ ਪਾਉਣ, ਉਹਦੇ ਖਿਲਾਫ ਜਾਣ, ਤੇ ਬੜੀ ਮੁਸ਼ਕਲ ਜੀ ਗੱਲ ਉਸ ਵੇਲੇ ਹੋ ਗਈ ਸੀ। ਜੋ 10 ਸਾਲ ਉਹ ਆਪਣਾ ਚੰਗਾ ਨਾਂ ਕਮਾ ਗਿਆ, ਭਾਵੇਂ ਕਿ ਉਹ ਵਿਚਾਰਾ ਫਰੰਟ ਦਾ ਪ੍ਰਾਈਮ ਮਿਨਿਸਟਰ ਸੀ, ਪਿੱਛੋਂ ਹਦਾਇਤਾਂ ਸੋਨੀਆ ਦੀਆਂ ਹੀ ਆਉਂਦੀਆਂ ਸੀ। ਪਰ ਸ਼ਰਮ ਵਾਲੀ ਕਿੱਡੀ ਗੱਲ ਆ, ਏਡੀ ਵੱਡੀ 1885 ਦੀ ਬਣੀ ਹੋਈ ਕਾਂਗਰਸ ਸਰਕਾਰ, ਸਾਰੇ ਦੇਸ਼ ਵਿਆਪੀ ਕਾਂਗਰਸ, ਉਹਨਾਂ ਨੂੰ ਹਿੰਦੁਸਤਾਨ ਦੇ ਵਿੱਚੋਂ ਕੋਈ ਆਪਣਾ ਲੀਡਰ ਨਹੀਂ ਅਜੇ ਤੱਕ ਲੱਭਿਆ। ਸਾਡੀ ਨਿੱਜੀ ਤੌਰ ਤੇ ਬੀਬੀ ਸੋਨੀਆ ਨਾਲ ਸਾਡਾ ਕੋਈ ਵਿਰੋਧ ਨਹੀਂ ਹੈਗਾ। ਇਹ ਗੱਲ ਆ ਵੀ ਜਦੋਂ ਉਹਦੀ ਸਾਹਮਣੇ ਅੱਖਾਂ ਦੇ ਹਿੰਦੁਸਤਾਨ ਵਿੱਚ ਦਿੱਲੀ ਵਿੱਚ ਕਤਲਾਮ ਹੋ ਰਿਹਾ ਸੀ ਸਿੱਖਾਂ ਦਾ, ਇਹ ਝੁੰਗਲ ਮਾਟਾ ਬਣ ਕੇ ਬੈਠੀ ਸੀ। ਇਹ ਜਰਾ ਮੱਥੇ ਤੇ ਤਿਉੜੀ ਪਾ ਕੇ ਆਪਣੇ ਨਲਾਇਕ ਖਸਮ ਵੱਲ ਵੇਖ ਲੈਂਦੀ, ਉਹਦੀ ਜ਼ਰੂਰਤ ਨਹੀਂ ਸੀ ਸਿੱਖਾਂ ਦਾ ਕਤਲਾਮ ਕਰਵਾ ਸਕਦੀ। ਚਲੋ ਫਿਰ ਵੀ ਗੱਲ, ਇਹ ਕਾਂਗਰਸੀਆਂ ਨੂੰ ਸੋਚਣਾ ਚਾਹੀਦਾ ਵੀ ਉਹਨਾਂ 'ਚ ਲਾਇਕ ਬੰਦਾ ਹੀ ਕੋਈ ਨਹੀਂ। ਇੱਕ ਈਸਾਈਆਂ ਦੇ ਘਰ ਜੰਮੀ ਹੋਈ ਯੂਰਪ ਦੀ ਲੇਡੀ ਆਪਣੇ ਉਹ ਪ੍ਰਧਾਨ ਮੰਤਰੀ ਦੇ ਪੁੱਤਰ ਨੂੰ ਪ੍ਰੇਮ ਜਾਲ ਵਿੱਚ ਫਸਾ ਕੇ ਉਹਦੀ ਵੋਟੀ ਬਣ ਕੇ ਆਣ ਕੇ ਦੁਨੀਆ ਦੀ 130 ਕਰੋੜ ਲੋਕਾਂ ਦੀ ਕਿਸਮਤ ਦੀ ਮਾਲਕ ਬਣੀ ਬੈਠੀ ਹੈ ਕਿ ਨਹੀਂ? ਹੈਰਾਨੀ ਵਾਲੀ ਗੱਲ। ਇਹ ਸਭ ਉੱਲੂ ਹੀ ਨੇ, ਇਹਨਾਂ ਵਿੱਚ ਕੋਈ ਬੰਦਾ ਕਾਮਯਾਬ ਨਹੀਂ ਜਿਹੜਾ ਹਿੰਦੁਸਤਾਨ ਨੂੰ ਤੇ ਪਾਰਟੀ ਨੂੰ ਚਲਾ ਸਕੇ। ਤੋਂ ਬਾਅਦ ਆਪਣੀ ਇਹ ਬਹੁਤ ਆਪਾਂ ਲਾਂਭੇ ਚਲੇ ਗਏ, ਕਿਉਂਕਿ ਇਹ ਗੱਲ ਕਰਦਿਆਂ ਇੰਨੀਆਂ ਗੱਲਾਂ ਆ ਜਾਂਦੀਆਂ, ਉਹਨਾਂ ਨੂੰ ਛਾਂਗ ਕੇ ਸਬਜੈਕਟ ਦੇ ਨਾਲ ਤੁਰਨ ਵਾਸਤੇ ਵੀ ਬੜਾ ਯਤਨ ਕਰਨਾ ਪੈਂਦਾ ਹੈ। ਤੇ ਗਿਆਨੀ ਸੰਤੋਖ ਸਿੰਘ ਜੀ, ਸਾਡੇ ਕੋਲ ਸਮੇਂ ਦੀ ਥੋੜੀ ਜਿਹੀ ਘਾਟ ਹੈਗੀ ਆ, ਤੇ ਦਿਲ ਤੇ ਕਰਦਾ ਕਿ ਇਹੋ ਹੀ ਜਿਹੜਾ ਤੁਸੀਂ ਗਿਆਨ ਦੱਸਦੇ ਪਏ ਜੇ, ਜਿਹੜਾ ਤੁਸੀਂ ਗਿਆਨ ਦੇ ਰਹੇ ਜੇ, ਇਹਨੂੰ ਏਦਾਂ ਹੀ ਸੁਣੀ ਜਾਈਏ ਤੇ ਆਪਣੀਆਂ ਜਿਹੜੀਆਂ ਗਿਆਨ ਇੰਦਰੀਆਂ ਨਾ ਥੋੜੀਆਂ ਜਿਹੀਆਂ ਉਹਨੂੰ ਹੋਰ ਚਮਕਾਈਏ। ਮਗਰ ਅਸੀਂ ਹੁਣ ਜਿਹੜਾ 80 ਤੋਂ ਲੈ ਕੇ 84 ਤੱਕ ਦਾ ਸਫ਼ਰ ਹੈਗਾ ਵਾ, ਜਾਂ ਇੰਦਰਾ ਗਾਂਧੀ ਦੇ ਅੰਤ ਤੱਕ ਦਾ ਸਫ਼ਰ ਹੈ, ਇਹਨੂੰ ਅਸੀਂ ਭਾਗ ਦੂਸਰੇ ਚ ਪਾਰਟ 2 ਚ ਕਰਾਂਗੇ। ਤੇ ਅੱਜ ਦੇ ਲਈ ਸਾਡੇ ਨਾਲ ਜੁੜਨ ਲਈ, ਸਾਡੇ ਦਰਸ਼ਕਾਂ ਨੂੰ ਇਹ ਗਿਆਨ ਦੇਣ ਲਈ, ਈਵਨ ਕਿ ਮੈਨੂੰ ਇਹ ਲੱਗਦਾ ਕਿ ਜਿਨ੍ਹਾਂ ਲੋਕਾਂ ਨੂੰ ਨਹੀਂ ਵੀ ਸੀ ਪਤਾ ਵੀ ਇੰਦਰਾ ਗਾਂਧੀ ਸਿੱਖਾਂ ਤੋਂ ਕਿੱਥੋਂ ਦੂਰ ਹੋਈ, ਕੀ ਕਾਰਨ ਸੀਗਾ, ਉਹ ਅੱਜ ਤੁਸੀਂ ਬੜਾ ਕਲੀਅਰ ਕਰ ਦਿੱਤਾ ਕਿ ਐਮਰਜੈਂਸੀ ਨੇ ਇੰਦਰਾ ਗਾਂਧੀ ਨੂੰ ਸਿੱਖਾਂ ਦਾ ਵਿਰੋਧੀ ਬਣਾ ਦਿੱਤਾ, ਜਿਸ ਦੇ ਨਤੀਜੇ ਵਜੋਂ ਬਾਅਦ ਚੋਂ ਸਾਨੂੰ ਇਹ ਕਹਿ ਸਕਦੇ ਹਾਂ ਕਿ 84 ਵੇਖਣ ਨੂੰ ਵੀ ਮਿਲੀ ਤੇ ਜਾਂ ਫਿਰ ਇੰਦਰਾ ਦਾ ਆਪਣਾ ਅੰਤ ਹੋਇਆ। ਤੇ ਅਸੀਂ ਜੁੜਾਂਗੇ ਅਗਲੀ ਵਾਰੀ ਗਿਆਨੀ ਸੰਤੋਖ ਸਿੰਘ ਜੀ ਨਾਲ
ਤੁਸੀਂ ਦੇਖਦੇ ਰਹੋ, ਤੁਹਾਡਾ ਆਪਣੇ ਲਈ ਆਪਣਾ ਫਰੈਂਡ ਚੈਨਲ ਤੇ ਸਾਫ਼ ਤੇ ਸਿੱਧੀ ਗੱਲ। ਗਿਆਨੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। पंजाब तो दूर पंजाबियत दे नेड़े ब्रदर्स हवेली, प्योर पंजाबी खाना, प्योर पंजाबी स्वाद, प्योर पंजाबी माहौल। भावें वेज खाओ भावें नॉन वेज, स्नैक्स तो लैके फुल मील, सब कुछ अज ही पहुंचो ब्रदर्स हवेली, 13 to 15 पल्टनी, Dandenong BIC 3175 मेलबर्न। ਜਾਂ कॉल करो 613 9792 2777।